ਪੰਜਾਬੀ ਰੇਡੀਓ ਜੋ ਐਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਦੇਵ ਪੰਨੂ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਜਾਂ ਅੰਦੋਲਨ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਜੈਂਡਰ ਹੋਮ ਲੋਨ ਵਾਲੇ ਮੋਹਨ ਚੀਮਾ ਜੀ, ਜਿਨ੍ਹਾਂ ਤੋਂ ਤੁਸੀਂ ਆਪਣਾ ਲੋਨ ਕਰਵਾ ਸਕਦੇ ਹੋ ਜਾਂ ਰੀਅਲ ਸਟੇਟ ਲਈ कॉल कर सकते हो 5598255555। बरिंदर सिंह पूरा कैंट, गुरदीप सिंह पिरदी, क्लोवस, तनाम सिंह शेरगिल, सलमा बीसला परिवार, मनजीत सिंह दीवाना, फ्रजनो, खालसा इंश्योरेंस एजेंसी सैनो जे 4082722500। इन्हों तो हर एक तरह की इंश्योरेंस करवा सकते हो। साढ़े नाल जुड़ चुके ने बलतेज पनो जी, स्वागत है जी। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਅੰਦੋਲਨ ਦੀ ਗੱਲ ਕਰਦੇ ਹਾਂ। ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਤੇ ਇਹ ਕਈ ਸੂਬਿਆਂ ਦੇ ਵਿੱਚ ਫੈਲ ਚੁੱਕਿਆ ਹੁਣ। ਦੇਖੋ, ਜਿਹੜੀ ਇਹ ਰੇਲ ਰੋਕੋ ਦਾ ਪ੍ਰੋਗਰਾਮ 4 ਘੰਟੇ ਦਾ ਸੀਗਾ, ਜਿਸ ਤਰੀਕੇ ਦੇ ਨਾਲ ਇਹਨੂੰ ਜਿਹੜਾ ਜੀ ਹੈਂਡਲ ਕੀਤਾ ਗਿਆ ਕਿਸਾਨ ਜਥੇਬੰਦੀਆਂ ਦੇ ਵੱਲੋਂ, ਉਹਨੇ ਕਿਤੇ ਉਂਗਲ ਧਰਨ ਨੂੰ ਜਿਹੜੀ ਦੀ ਉਹ ਥਾਂ ਨਹੀਂ ਛੱਡੀ, ਕਿਉਂਕਿ ਸਰਕਾਰਾਂ ਦੀ ਜਿਹੜੀ ਦੀ ਉਹ ਕੋਸ਼ਿਸ਼ ਰਹੀ ਹੈ ਕਿ ਇਹਨਾਂ ਅੰਦੋਲਨ ਨੂੰ, ਇਸ ਅੰਦੋਲਨ ਨੂੰ ਕਿਸੇ ਤਰੀਕੇ ਨਾਲ ਬਦਨਾਮ ਕੀਤਾ ਜਾ ਸਕੇ। ਜਿਹੜੇ ਕਿਸਾਨ ਨੇ ਜੀ ਬਹੁਤੇ, ਉਹਨਾਂ ਨੇ ਕੀ ਕੀਤਾ, ਟ੍ਰੇਨਾਂ ਦੇ ਵਿੱਚ ਬਹੁਤ ਸਾਰੇ ਸਟੇਸ਼ਨਾਂ ਤੋਂ ਪਿੱਛੋਂ ਹੀ ਚੜ੍ਹ ਕੇ ਆ ਗਏ ਔਰ ਰੇਲਵੇ ਦੇ ਅੰਦਰ, ਡੱਬਿਆਂ ਦੇ ਅੰਦਰ ਉਹਨਾਂ ਨੇ ਲੋਕਾਂ ਨੂੰ ਜਾਗਰੂਕ ਕੀਤਾ। ਇਹ ਵੀ ਕਿਹਾ ਕਿ ਜਿਹੜੀ ਟ੍ਰੇਨ ਦੇ ਵਿੱਚ ਤੁਸੀਂ ਥੋੜ੍ਹੇ ਜਿਹੇ ਪੈਸੇ ਦੇ ਕੇ ਇਸ ਵੇਲੇ ਇਹਨੂੰ ਝੂਟ ਰਹੇ ਹੋ, ਇਹ ਪ੍ਰਾਈਵੇਟ ਹੱਥਾਂ 'ਚ ਆਉਣ ਵਾਲੇ ਦਿਨਾਂ 'ਚ ਚਲੇ ਜਾਣੀ ਹੈ ਤੇ ਮੁੜ ਕੇ ਤੁਹਾਨੂੰ 50 ਰੁਪਏ ਵਾਲੀ ਜਿਹੜੀ ਚੀਜ਼ ਆ ਉਹ 100 ਰੁਪਏ ਦੀ ਪ੍ਰਾਈਵੇਟ ਜਿਹੜੇ ਉਹ ਦੇਣਗੇ। ਅਸੀਂ ਇਸ ਚੀਜ਼ ਦੇ ਵਾਸਤੇ ਲੜ ਰਹੇ ਹਾਂ। ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ। ਜਿੱਥੇ ਜਿੱਥੇ ਟ੍ਰੇਨਾਂ ਰੋਕੀਆਂ, ਰੋਟੀ ਪਾਣੀ ਦਾ ਇੰਤਜ਼ਾਮ ਜਿਹੜਾ ਸੀ ਉਹ ਕੀਤਾ। ਦੁੱਧ ਗਰਮ ਕਰਕੇ ਰੱਖਿਆ ਤਾਂ ਕਿ ਬੱਚਿਆਂ ਨੂੰ ਜੇ ਦੁੱਧ ਦੀ ਜ਼ਰੂਰਤ ਪੈਂਦੀ ਆ ਉਹ ਦਿੱਤਾ ਜਾ ਸਕੇ। ਇਸ ਤੋਂ ਇਲਾਵਾ ਜਿਹੜੇ ਲੋਕ ਸੀਗੇ, ਉਹਨਾਂ ਦਾ ਵੀ ਸਹਿਯੋਗ ਜਿਹੜਾ ਉਹ ਇੱਕ ਕਿਸਮ ਦੇ ਨਾਲ ਮਿਲਿਆ। ਵੱਖਰੀ ਗੱਲ ਆ ਕਿ ਉਹਨੂੰ ਇੱਥੇ ਚੈਨਲਾਂ ਦੇ ਉੱਤੇ ਵਿਖਾਇਆ ਨਹੀਂ ਗਿਆ। ਜਲੰਧਰ ਦੇ ਵਿੱਚ ਜਿਹੜੀ ਅੰਮ੍ਰਿਤਸਰ ਤੋਂ ਆ ਰਹੀ ਟ੍ਰੇਨ ਸੀਗੀ, ਜਦੋਂ ਉਹਨੂੰ ਰੇਲਵੇ ਸਟੇਸ਼ਨ ਦੇ ਉੱਤੇ ਰੋਕ ਲਿਆ ਗਿਆ ਤਾਂ ਗੁਜਰਾਤ ਦੇ ਇਹਦੇ ਵਿੱਚ ਲੋਕ ਸੀਗੇ ਕੁਛ, ਉਹਨਾਂ ਕੋਲ ਛੋਟਾ ਸਪੀਕਰ ਸੀ, ਰੇਲਵੇ ਪਲੇਟਫਾਰਮ ਦੇ ਉੱਤੇ ਲਾ ਕੇ ਉਹਨਾਂ ਨੇ ਜਿਹੜਾ ਗੁਜਰਾਤ ਦਾ ਪ੍ਰਸਿੱਧ ਨਾਚ ਹੈ ਗਰਬਾ, ਉਹ ਕੀਤਾ ਔਰ ਉਹ ਬਾਕੀ ਜਿਹੜੇ ਪੈਸੇਂਜਰ ਸੀ ਉਹਨਾਂ ਨੂੰ ਇਹ ਕਿਹਾ ਕਿ ਉਹ ਪੈਨਿਕ ਨਾ ਹੋਣ, ਜਿੰਨੇ ਘੰਟੇ ਇਹ ਟ੍ਰੇਨ ਰੁਕੀ ਆ ਇਹਨੂੰ ਇਸ ਤਰੀਕੇ ਦੇ ਨਾਲ ਆਪਣਾ ਟਾਈਮ ਜਿਹੜਾ ਜੀ ਉਹ ਪਾਸ ਕਰਨ। ਇੱਕ ਕਿਸਮ ਦੇ ਨਾਲ ਇਹ ਕਿਸਾਨ ਅੰਦੋਲਨ ਦੇ ਹੱਕ ਦੇ ਵਿੱਚ ਜਿਹੜਾ ਜੀ, ਨਹੀਂ ਤਾਂ ਅਦਰਵਾਈਜ਼ ਇਹ ਹੁੰਦਾ ਕਿ ਜਦੋਂ ਸੜਕਾਂ ਰੁਕਦੀਆਂ ਨੇ, ਟ੍ਰੇਨਾਂ ਰੁਕਦੀਆਂ ਨੇ, ਲੋਕ ਖਿੱਝ ਜਾਂਦੇ ਆ। ਉਹ ਖਿੱਝ ਕਿਸੇ ਜਗ੍ਹਾ ਦੇ ਉੱਤੇ ਵੇਖਣ ਨੂੰ ਜਿਹੜੀ ਉਹ ਨਹੀਂ ਮਿਲੀ। ਜਿੱਥੋਂ ਤੱਕ ਗੱਲ ਹੈ ਇਹਦੇ ਇਸ ਸੰਘਰਸ਼ ਦੇ ਜਿਹੜਾ ਦੀ, ਉਹ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਤੋਂ ਬਾਹਰ ਜਿਹੜਾ ਦੀ ਉਹ ਨਿਕਲਣ ਦੀ, ਇਹਨੂੰ ਜ਼ਬਰਦਸਤ ਹੁੰਗਾਰਾ ਜਿਹੜਾ ਪੰਜਾਬ ਹਰਿਆਣੇ ਦੇ ਵਿੱਚ ਤਾਂ ਮਿਲਿਆ। ਪੰਜਾਬ ਤੇ ਹਰਿਆਣੇ ਦੇ ਵਿੱਚ ਤਾਂ ਤੁਸੀਂ ਕਹਿ ਲਓ ਕਿ ਸੈਂਕੜੇ ਥਾਵਾਂ ਦੇ ਉੱਤੇ ਜਿਹੜੇ ਸੀਗੇ ਜੀ, ਉਹਨਾਂ ਦੋਵਾਂ ਸੂਬਿਆਂ ਦੇ ਵਿੱਚ ਕਿਸਾਨ ਉਹ ਪਟੜੀਆਂ ਦੇ ਉੱਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਆ ਗਏ। ਇੱਕ ਵਾਰੀ ਫਿਰ ਜਿਹੜੀ ਨਵੇਕਲੀ ਗੱਲ ਇਹ ਰਹੀ ਕਿ ਔਰਤਾਂ ਦੀ ਸ਼ਮੂਲੀਅਤ ਬਹੁਤ ਵੱਡੀ ਰਹੀ ਇਸ ਰੇਲ ਰੋਕੋ ਦੇ ਵਿੱਚ। ਬਹੁਤੇ ਜਿਹੜੇ ਬੰਦੇ ਨੇ ਜੀ, ਮੇਲ ਨੇ, ਉਹ ਕਿਉਂਕਿ ਸਰਹੱਦਾਂ ਦੇ ਉੱਤੇ ਬੈਠੇ ਆ ਤੇ ਪਿੱਛੋਂ ਔਰਤਾਂ ਘਰ ਵੀ ਸੰਭਾਲ ਰਹੀਆਂ ਨੇ ਤੇ ਮੋਰਚੇ ਦੇ ਉੱਤੇ ਵੀ ਉਹਨਾਂ ਦੀ ਗਿਣਤੀ ਜਿਹੜੀ ਉਹ ਵੱਡੀ ਰਹੀ। ਇਸ ਤੋਂ ਇਲਾਵਾ ਇਹ ਉੱਤਰ ਪ੍ਰਦੇਸ਼ ਦੇ ਨਾਲ ਨਾਲ ਉੱਤਰਾਂਚਲ ਦੇ ਵਿੱਚ, ਰਾਜਸਥਾਨ ਦੇ ਵਿੱਚ, ਮਹਾਰਾਸ਼ਟਰ ਦੇ ਵਿੱਚ, ਕਰਨਾਟਕ, ਪੱਛਮੀ ਬੰਗਾਲ, ਉੜੀਸਾ, ਮੁੰਬਈ, ਮੱਧ ਪ੍ਰਦੇਸ਼, ਸਾਰੇ ਜਗ੍ਹਾ ਦੇ ਉੱਤੇ, ਬਿਹਾਰ ਦੇ ਵਿੱਚ ਜਿਹੜਾ ਸੀਗਾ ਇਸ ਅੰਦੋਲਨ ਦੀ ਵੱਡੀ ਜਾਗ ਲੱਗੀ ਹੋਈ ਜਿਹੜੀ ਜੀ ਉਹ ਦੇਖੀ। ਉੜੀਸਾ ਤੇ ਬਿਹਾਰ ਦੇ ਵਿੱਚ ਖਾਸ ਤੌਰ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਸੀ ਉਹ ਰੇਲ ਪਟੜੀਆਂ ਦੇ ਉੱਤੇ ਜਿਹੜਾ ਉਹ ਆ ਗਏ ਔਰ ਉਹਨਾਂ ਨੇ ਇਹਨਾਂ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ। MSP ਦੀ ਜਿਹੜੀ ਮੰਗ ਸੀ ਉਹ ਕੀਤੀ। ਹਾਲਾਤ ਇਹ ਬਣ ਗਏ ਕਿ ਦਿੱਲੀ ਦੇ ਵਿੱਚ ਜਿਹੜੇ ਮੈਟਰੋ ਸਟੇਸ਼ਨ ਸੀ ਉਹ ਬੰਦ ਕਰਨੇ ਜਿਹੜਾ ਦੀ ਉਹ ਪੈ ਗਏ ਤਾਂ ਕਿ ਉੱਥੇ ਕਿਤੇ ਕਿਸਾਨ ਨਾਲ ਜਿਹੜਾ ਦੀ ਉਹ ਆਵਣ। ਹਾਲਾਂਕਿ ਕਿਸਾਨਾਂ ਨੇ ਕਿਸੇ ਜਗ੍ਹਾ ਦੇ ਉੱਤੇ ਕੋਈ ਹਮਲਾ ਨਹੀਂ ਕੀਤਾ ਔਰ ਇਸ ਅੰਦੋਲਨ ਦੀ ਜੇ ਆਪਾਂ ਪੰਜਾਬ ਹਰਿਆਣਾ ਦੀ ਗੱਲ ਕਰੀਏ ਤਾਂ
ਜਿਹੜਾ ਮਾੜਾ ਮੋਟਾ ਗੰਦ ਪਿਆ ਸੀਗਾ, ਜਿਹੜਾ ਕੋਈ ਕਿਸੇ ਨੇ ਕਾਗਜ਼ ਸੁੱਟਤਾ, ਕੁਝ ਹੋ ਗਿਆ, ਟ੍ਰੇਨ ਟਰੈਕ ਖਾਲੀ ਕਰਨ ਤੋਂ ਪਹਿਲਾਂ ਕਿਸਾਨਾਂ ਨੇ ਇਹ ਸਾਰਾ ਕੁਝ ਜਿਹੜਾ ਸੀ ਉਹ ਖੁਦ ਆਪਣੇ ਹੱਥੀਂ ਸਾਫ਼ ਕੀਤਾ। ਅਕਸਰ ਹੁੰਦਾ ਜਦੋਂ ਟ੍ਰੇਨ ਟਰੈਕ ਰੋਕੇ ਜਾਂਦੇ ਆ, ਉਸ ਤੋਂ ਬਾਅਦ ਸੇਫਟੀ ਜਿਹੜੀ ਆ ਜੀ ਉਹ ਲਿਆ ਕੇ, ਸੇਫਟੀ ਮਸ਼ੀਨ ਲਿਆ ਕੇ ਫਿਰ ਟ੍ਰੇਨਾਂ ਚਲਾਈਆਂ ਜਾਂਦੀਆਂ ਨੇ। ਪਰ ਇਹ ਕਿਸਾਨ ਅੰਦੋਲਨ ਦਾ ਜਾਂ ਕਿਸਾਨ ਆਗੂਆਂ ਦਾ ਭਰੋਸਾ ਸੀ ਕਿ ਰੇਲਵੇ ਅਧਿਕਾਰੀਆਂ ਨੇ ਇਹ ਜਿਹੜੀ ਸੁਰੱਖਿਆ ਹੈ ਉਹਨੂੰ ਵੀ ਪਾਸੇ ਕਰਕੇ ਨਾਲ ਦੀ ਨਾਲ ਜਿਹੜੀਆਂ ਸੀਗੀਆਂ ਉਹ ਟ੍ਰੇਨਾਂ ਚਲਾਤੀਆਂ, ਕਿਉਂਕਿ ਸਭ ਨੂੰ ਇਹ ਪਤਾ ਸੀਗਾ ਕਿ ਕਿਸੇ ਕਿਸਮ ਦੀ ਕੋਈ ਤੋੜ ਭੰਨ ਜਿਹੜੀ ਆ ਉਹ ਨਹੀਂ ਕਿਸਾਨਾਂ ਨੇ ਕੀਤੀ, ਨਾ ਉਹਨਾਂ ਨੇ ਜਿਹੜੀ ਦੀ ਉਹ ਕਰਨੀ ਸੀ। 26 ਜਨਵਰੀ ਨੂੰ ਵਾਪਰੀਆਂ ਹਿੰਸਕ ਘਟਨਾਵਾਂ ਤੋਂ ਬਾਅਦ ਬਹੁਤ ਸਾਰੇ ਸਵਾਲੀਆ ਚਿੰਨ੍ਹ ਉੱਠਣ ਲੱਗੇ ਸੀ। ਜਿਹੜਾ ਸੀਗਾ ਰਾਹ ਰੋਕੋ ਅੰਦੋਲਨ, ਉਸ ਤੋਂ ਬਾਅਦ ਇਹ ਜਿਹੜਾ ਰੇਲ ਰੋਕੋ ਆ, ਉਹਨੇ ਇੱਕ ਵਾਰੀ ਫੇਰ ਜਿਹੜਾ ਦੀ ਉਹ ਲੋਕਾਂ ਦੇ ਮਨਾਂ ਦੇ ਅੰਦਰ ਇਸ ਕਿਸਾਨ ਅੰਦੋਲਨ ਦਾ ਵੱਡਾ ਵਿਸ਼ਵਾਸ ਜਿਹੜਾ ਉਹ ਪੈਦਾ ਕਰ ਦਿੱਤਾ, ਔਰ ਇਸ ਗੱਲ ਦੇ ਉੱਤੇ ਫੇਰ ਸਹੀ ਪਾ ਦਿੱਤੀ ਕਿ ਕਿਸਾਨ ਜਿਹੜੇ ਉਹ ਡੇ ਫਸਟ ਤੋਂ ਹੀ ਜਿਹੜੇ ਸ਼ਾਂਤਮਈ ਤਰੀਕੇ ਦੇ ਨਾਲ ਚੱਲ ਰਹੇ ਨੇ। ਹਿੰਸਾ ਜੇ ਕਰਵਾਈ ਜਾ ਰਹੀ ਆ ਉਹ ਕਿਹਨਾਂ ਦੇ ਵੱਲੋਂ ਕਰਵਾਈ ਜਾ ਰਹੀ ਆ, ਉਹ ਬਹੁਤ ਕੁਝ ਜਿਹੜਾ ਦੀ ਉਹ ਕਲੀਅਰ ਹੋ ਗਿਆ। ਔਰ ਇਸ ਅੰਦੋਲਨ ਨੇ ਦੂਜੇ ਸੂਬਿਆਂ ਦੇ ਵਿੱਚ ਜਿਹੜੀ ਖਾਸ ਤੌਰ ਦੇ ਉੱਤੇ ਜਾ ਕੇ ਦਸਤਕ ਦਿੱਤੀ ਆ, ਉਹ ਸਭ ਤੋਂ ਵੱਡਾ ਪੋਜ਼ਿਟਿਵ ਪੁਆਇੰਟ ਇਸ ਅੰਦੋਲਨ ਦਾ ਰਿਹਾ ਜੀ। ਤੇ ਅੱਗੇ ਜੇ ਰਿਕੇਸ਼ ਟਕੈਤ ਦੀ ਗੱਲ ਕਰੀਏ ਤਾਂ ਉਸਨੇ ਵੀ ਬਹੁਤ ਵੱਡੀ ਵੰਗਾਰ ਦਿੱਤੀ ਆ ਕੇਂਦਰ ਨੂੰ। ਰਕੇਸ਼ ਟਕੈਤ ਹੋਰਾਂ ਨੇ ਇਹ ਗੱਲ ਜਿਹੜੀ ਕਹੀ ਆ, ਕੱਲ ਇੱਕ ਮਹਾਪੰਚਾਇਤ ਜਿਹੜੀ ਹਿਸਾਰ ਦੇ ਵਿੱਚ ਹੋਈ, ਉੱਥੇ ਉਹਨਾਂ ਨੇ ਤੁਸੀਂ ਦੇਖੋ ਇੱਕ ਪਾਸੇ ਰੇਲ ਰੋਕੋ ਚੱਲ ਰਿਹਾ, ਟਰੈਕ ਜਿਹੜੇ ਉਹ ਭਰੇ ਪਏ ਹਰਿਆਣੇ ਦੇ ਵਿੱਚ, ਪੰਜਾਬ ਦੇ ਵਿੱਚ, ਦੂਜੇ ਪਾਸੇ ਜਿਹੜਾ ਮਹਾਪੰਚਾਇਤ ਹੋਈ ਉਹਦੇ ਵਿੱਚ ਇਕੱਠ ਜਿਹੜਾ ਦੀ ਉਹ ਨਹੀਂ ਸੰਭਾਲਿਆ ਜਾ ਰਿਹਾ ਕਿ ਕਿੰਨੀ ਕੁ ਵੱਡੀ ਗਿਣਤੀ 'ਚ ਲੋਕ ਪਹੁੰਚੇ। ਇਹ ਕਿਹਾ ਜਾ ਰਿਹਾ ਕਿ ਭਾਰਤੀ ਜਨਤਾ ਪਾਰਟੀ ਨੂੰ ਅੰਦਰ ਖਾਤੇ ਬਹੁਤ ਵੱਡਾ ਹੁਣ ਫਿਕਰ ਹੋਣ ਲੱਗਿਆ ਇਹਨਾਂ ਮਹਾਪੰਚਾਇਤਾਂ ਦੇ ਇਕੱਠ ਨੇ, ਕਿ ਇਹ ਤਾਂ ਸਾਰੀਆਂ ਜਿਹੜੀਆਂ ਦੀ ਕੈਲਕੂਲੇਸ਼ਨ ਹੀ ਉਲਟ ਪੁਲਟ ਹੋਣੀਆਂ ਉਹਦੀਆਂ ਸ਼ੁਰੂ ਹੋ ਗਈਆਂ। ਜਿਹੜੇ ਲੋਕ ਇਹਨਾਂ ਜਾਟਾਂ ਦੀਆਂ ਵੋਟਾਂ ਦੇ ਉੱਤੇ ਜਿੱਤੇ ਆ ਭਾਰਤੀ ਜਨਤਾ ਪਾਰਟੀ ਤੋਂ, ਉਹ ਜਿਹੜੇ ਇਸ ਗੱਲੋਂ ਫਿਕਰਮੰਦ ਹੋਣ ਲੱਗਿਆ ਕਿ ਸਾਡਾ ਕੀ ਬਣੂਗਾ, ਸਾਡਾ ਤਾਂ ਟੋਟਲ ਵੋਟ ਬੈਂਕ ਜਿਹੜਾ ਦੀ ਉਹ ਜਾਟ ਲੈਂਡ ਹੈ। ਇਹ ਠੀਕ ਹੈ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਸਿਆਸਤ ਕਰਦੀ ਆ ਉਹਦੀ ਵੋਟ ਪੋਲਰਾਈਜੇਸ਼ਨ ਜਿਹੜੀ ਜੀ ਉਹਦਾ ਇੱਕ ਮੇਨ ਉਹਦੇ ਕੋਲ ਨੁਕਤਾ ਹੈ, ਪਰ ਜਾਟਾਂ ਦੇ ਏਡੀ ਵੱਡੀ ਗਿਣਤੀ ਦੇ ਵਿੱਚ ਮੂਹਰੇ ਆ ਜਾਣ ਤੋਂ ਬਾਅਦ ਜਾਂ ਮਹਾਪੰਚਾਇਤਾਂ ਦੇ ਵਿੱਚ ਲਗਾਤਾਰ ਹੋ ਰਹੇ ਜਿਹੜੇ ਇਕੱਠ ਨੇ ਉਹ ਫਿਕਰਮੰਦੀ ਤਾਂ ਵੱਡੀ ਪੈਦਾ ਕਰ ਰਹੇ ਆ। ਰਕੇਸ਼ ਟਕੈਤ ਹੋਰਾਂ ਨੇ ਇਹ ਜਿਹੜੀ ਗੱਲ ਕੀਤੀ ਕਿ ਜੇ ਸਰਕਾਰ ਜਿਹੜੀ ਇਹਦੀ ਉਹ ਇਹ ਸੋਚਦੀ ਆ ਕਿ ਫਸਲਾਂ ਪੱਕ ਜਾਣਗੀਆਂ ਤੇ ਕਿਸਾਨ ਘਰਾਂ ਨੂੰ ਮੁੜ ਜਾਣਗੇ, ਤੇ ਉਹ ਬਹੁਤ ਵੱਡੇ ਵਹਿਮ ਦੇ ਵਿੱਚ ਹੈ। ਉਹਨਾਂ ਨੇ ਇਹ ਗੱਲ ਕਹੀ ਕਿ ਅਸੀਂ ਫਸਲਾਂ ਵੀ ਕੱਟਾਂਗੇ, ਅੰਦੋਲਨ ਵੀ ਜਿਹੜਾ ਦੀ ਉਹ ਚਲਾਵਾਂਗੇ। ਇਹ ਵੀ ਕਿਹਾ ਕਿ ਕਿਸਾਨ ਜੇਕਰ ਲੋੜ ਪਈ ਤਾਂ ਫਸਲਾਂ ਨੂੰ ਸਾੜ ਦੇਊਗਾ, ਪਰ ਉਹ ਇਸ ਅੰਦੋਲਨ ਨੂੰ ਕਿਸੇ ਵੀ ਹਾਲਤ ਦੇ ਵਿੱਚ ਜਿਹੜਾ ਉਹ ਠੰਡਾ ਨਹੀਂ ਪੈਣ ਦੇਊਗਾ। ਇਹ ਬੜੀ ਵੱਡੀ ਜਿਹੜੀ ਉਹ ਚੇਤਾਵਨੀ ਰਕੇਸ਼ ਟਕੈਤ ਨੇ ਦਿੱਤੀ। ਦੂਜੀ ਵੱਡੀ ਗੱਲ ਜਿਹੜੀ ਰਕੇਸ਼ ਟਕੈਤ ਹੋਰਾਂ ਨੇ ਕਹੀ, ਉਹਨਾਂ ਨੇ ਇਹ ਕਿਹਾ ਕਿ ਅਗਲਾ ਟੀਚਾ ਸਾਡਾ ਟਰੈਕਟਰਾਂ ਦੇ ਉੱਤੇ ਕੋਲਕਾਤਾ ਜਾਣ ਦਾ ਹੈ। ਇਹ ਦੁੱਖ ਦੀ ਰਗ ਦੇ ਉੱਤੇ ਹੱਥ ਜਿਹੜਾ ਦੀ ਉਹ ਧਰ ਦਿੱਤਾ ਰਕੇਸ਼ ਟਕੈਤ ਹੋਰਾਂ ਨੇ, ਕਿਉਂਕਿ ਭਾਰਤੀ ਜਨਤਾ ਪਾਰਟੀ ਅੱਡੀ ਚੋਟੀ ਦਾ ਜ਼ੋਰ ਲਾ ਰਹੀ ਆ ਪੱਛਮੀ ਬੰਗਾਲ ਦੇ ਵਿੱਚ ਜਾ ਕੇ ਆਪਣੇ ਪੈਰ ਲਾਉਣ ਦੇ ਵਾਸਤੇ ਤੇ ਉੱਥੇ ਸਰਕਾਰ ਬਣਾਉਣ ਦੇ ਵਾਸਤੇ। ਉਹ ਸਭ ਕੁਝ ਕਰ ਰਹੀ ਆ, ਉੱਥੇ ਲੋਕ ਤੋੜੇ ਜਾ ਰਹੇ ਨੇ, ਖਰੀਦੇ ਜਾ ਰਹੇ ਨੇ। ਜਦੋਂ ਹੁਣ ਕਿਸਾਨ ਆਗੂ ਜਿਹੜੇ ਆ ਜੀ ਇਹ ਕਹਿੰਦੇ ਆ ਵੀ ਠੀਕ ਹੈ ਪੱਛਮੀ ਬੰਗਾਲ ਦੇ ਵਿੱਚ ਚੋਣਾਂ ਨੇ ਤੇ ਅਸੀਂ ਟਰੈਕਟਰ ਲੈ ਕੇ ਉਧਰ ਨੂੰ ਜਿਹੜਾ ਦੀ ਉਹ ਤੁਰ ਪਾਂਗੇ, ਤੇ ਇਹ ਇੱਕ ਕਿਸਮ ਦੇ ਨਾਲ ਸਿੱਧਮ ਸਿੱਧੀ ਜਿਹੜੀ ਵੰਗਾਰ ਹੈ ਉਹ ਭਾਰਤੀ ਜਨਤਾ ਪਾਰਟੀ ਨੂੰ ਰਕੇਸ਼ ਟਕੈਤ ਹੋਰਾਂ ਨੇ ਦੇਤੀ। ਇਹ ਕਿਹਾ ਕਿ ਅਸੀਂ ਦੇਸ਼ ਦੀ ਤਸਵੀਰ ਬਦਲਣ ਨਿਕਲੇ ਆ, ਸਾਨੂੰ ਇਹਦੇ ਲਈ 1 ਮਹੀਨਾ ਚਾਹੀਦਾ ਤੇ ਅਸੀਂ ਉਦੋਂ ਤੱਕ ਘਰੇ ਨਹੀਂ ਮੁੜਦੇ ਜਦੋਂ ਤੱਕ ਸਰਕਾਰ ਸਾਡੀਆਂ ਮੰਗਾਂ ਨਹੀਂ ਜਿਹੜੀਆਂ ਉਹ ਮੰਨਦੀ। ਇਹ ਵੀ ਕਿਹਾ ਕਿ ਬੰਗਾਲ ਦੇ ਕਿਸਾਨ ਵੀ ਸੰਕਟ 'ਚ ਨੇ ਤੇ ਸਾਨੂੰ ਉਹਨਾਂ ਲਈ ਵੀ ਲੜਨਾ ਚਾਹੀਦਾ। ਉਹਨਾਂ ਨੇ ਕਿਹਾ ਕਿ ਸਰਕਾਰ ਨੂੰ ਇਸ ਭੁਲੇਖੇ ਦੇ ਵਿੱਚ ਨਹੀਂ ਜਿਹੜਾ ਦੀ ਉਹ ਰਹਿਣਾ ਚਾਹੀਦਾ ਕਿ ਇਹ ਜਿਹੜਾ ਅੰਦੋਲਨ ਹੈ ਕੁਝ ਦਿਨਾਂ ਤੋਂ ਬਾਅਦ ਇਹ ਸਮਾਪਤੀ ਵੱਲ ਨੂੰ ਜਿਹੜਾ ਦੀ ਉਹ ਤੁਰ ਪਊਗਾ। ਇਹ ਕਿਹਾ ਕਿ ਸਰਕਾਰ ਆਪਣੇ ਮਨ ਦੇ ਵਿੱਚੋਂ ਇਹ ਭੁਲੇਖਾ ਜਿਹੜਾ ਉਹ ਕੱਢ ਦੇਵੇ। ਸਿਆਸੀ ਤੌਰ ਦੇ ਉੱਤੇ ਜਿਹੜੇ ਦੀ ਇਹ ਬਿਆਨ ਜਾਂ ਜਿਹੜਾ 2 ਅਕਤੂਬਰ ਵਾਲਾ ਉਹਨਾਂ ਦਾ ਬਿਆਨ ਅਕਸਰ ਆਉਂਦਾ ਕਿ 2 ਅਕਤੂਬਰ ਤੱਕ ਸਮਾਂ ਦੇਤਾ ਸਰਕਾਰ ਨੂੰ, ਵੇਖ ਲਵੇ
ਉਹਦਾ ਵੀ ਮਕਸਦ ਜਿਹੜਾ ਸਭ ਤੋਂ ਵੱਡਾ ਇਹੀ ਆ ਕਿ ਉੱਤਰ ਪ੍ਰਦੇਸ਼ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਨੇ ਮਾਰਚ 2022 ਦੇ ਵਿੱਚ, ਪੰਜਾਬ ਦੇ ਨਾਲ ਹੀ। ਉਹ ਇਹ ਸੋਚਦੇ ਆ ਕਿ ਅਕਤੂਬਰ ਤੱਕ ਜਿਹੜਾ ਦੀ ਉਦੋਂ ਤੱਕ ਜਿਹੜੀ ਉੱਤਰ ਪ੍ਰਦੇਸ਼ ਦੀ ਸਰਕਾਰ ਹੈ ਉਹਦੇ ਕੋਲੇ ਮਹੀਨੇ ਰਹਿ ਜਾਣੇ 4-5, ਤੇ ਉਹ ਕਿਹੜੇ ਤਰੀਕੇ ਦੇ ਨਾਲ ਜਾਟ ਲੈਂਡ ਦੇ ਨਾਲ ਐਡਾ ਪੰਗਾ ਜਿਹੜਾ ਦੀ ਉਹ ਰੱਖੂਗੀ। ਦੇਖੋ ਅੱਜ ਚਾਹੇ ਇਸ ਗੱਲ ਦਾ ਵੱਡਾ ਚਰਚਾ ਹੁੰਦਾ ਹੈ ਕਿ ਜਿਹੜੀ ਕੇਂਦਰ ਦੀ ਸਰਕਾਰ ਦੀ ਜਿੱਦ ਹੈ ਉਹ ਇਸ ਅੰਦੋਲਨ ਨੂੰ ਇੱਥੋਂ ਤੱਕ ਜਿਹੜਾ ਦੀ ਉਹ ਲੈ ਆਈ ਆ, ਪਰ ਅੰਦਰ ਖਾਤੇ ਜਿਸ ਕਿਸਮ ਦਾ ਡਰ ਜਿਹੜਾ ਦੀ ਉਹ ਪਾਰਟੀ ਦੇ ਅੰਦਰ ਬਣ ਰਿਹਾ ਉਹ ਵੱਡਾ ਹੈ। ਔਰ ਇਸੇ ਕਰਕੇ ਹੀ ਸ਼ਾਇਦ ਰਕੇਸ਼ ਟਕੈਤ ਹੋਰੀ ਇਹ ਜਿਹੜੇ ਦੋ ਗੱਲਾਂ ਉਹਨਾਂ ਨੇ ਕੀਤੀਆਂ ਨੇ, ਕੋਲਕਾਤਾ ਜਾਣ ਵਾਲੀ ਤੇ 2 ਅਕਤੂਬਰ ਵਾਲੀ, ਇਹਨਾਂ ਦੇ ਬਹੁਤ ਵੱਡੇ ਮਾਇਨੇ ਨੇ। ਜੀ ਜੀ ਬਿਲਕੁਲ, ਵਿੱਚੋਂ ਤੇ ਸਰਕਾਰ ਹਿੱਲੀ ਪਈ ਆ, ਖੜਕੀ ਪਈ ਆ। ਤੇ ਅੱਗੇ ਕਰਦੇ ਹੈਗੇ ਆ ਫਿਰ ਭਾਜਪਾ ਦੀ ਜੇ ਗੱਲ ਕਰੀਏ, ਨਿਗਮ ਦੀਆਂ ਚੋਣਾਂ ਆਈਆਂ ਪੰਜਾਬ ਦੇ ਵਿੱਚ, ਮੂੰਹ ਦੇ ਮੂੰਹ ਡਿੱਗੇ ਆ। ਦੇਖੋ ਜਿਹੜਾ ਮੋਹਾਲੀ ਦੇ ਨਤੀਜੇ ਰਹਿੰਦੇ ਸੀਗੇ, ਮੋਹਾਲੀ ਦੇ ਨਤੀਜਿਆਂ ਦੇ ਵਿੱਚ ਹਾਲਾਤ ਜਿਹੜੇ ਦੀ ਉਹ ਇਹ ਬਣ ਗਏ ਕਿ 50 ਦੇ ਵਿੱਚੋਂ 37 ਸੀਟਾਂ ਜਿੱਤੀਆਂ ਕਾਂਗਰਸ ਨੇ। ਸਾਬਕਾ ਮੇਅਰ ਕੁਲਵੰਤ ਸਿੰਘ ਹੋਰੀ ਚੋਣ ਜਿਹੜਾ ਹਾਰ ਗਏ, ਜਿਨ੍ਹਾਂ ਨੇ ਆਜ਼ਾਦ ਗਰੁੱਪ ਬਣਾਇਆ ਸੀ। ਆਮ ਆਦਮੀ ਪਾਰਟੀ ਉੱਥੇ ਇਸ ਗੱਲ ਦੇ ਵਿੱਚ ਤਸੱਲੀ 'ਚ ਆ ਵੀ ਜਿਹੜੇ 13 ਆਜ਼ਾਦ ਜਿੱਤੇ ਆ, ਸਾਡਾ ਵੀ ਉਹਦੇ ਵਿੱਚ ਜਿਹੜਾ ਯੋਗਦਾਨ ਰਿਹਾ, ਕਿਉਂਕਿ ਇਹਨਾਂ ਦੋਨਾਂ ਦਾ ਗੱਠ ਜੋੜ ਸੀਗਾ। ਇੱਥੇ ਕਈ ਅਕਾਲੀ ਉਮੀਦਵਾਰ ਨੇ, ਭਾਜਪਾ ਦੇ ਉਮੀਦਵਾਰ ਨੇ, ਉਹਨਾਂ ਨੂੰ 4 ਜਾਂ 5 ਜਿਹੜੀਆਂ ਦੀ ਉਹ ਵੋਟਾਂ ਪਈਆਂ, ਸਿਰਫ ਇੰਨੇ ਪਤਲੇ ਹਾਲਤ ਜਿਹੜੇ ਦੀ ਹੋ ਗਏ। ਜੇ ਭਾਜਪਾ ਦੀ ਗੱਲ ਕਰੀਏ ਓਵਰਆਲ ਜਿਹੜੀ ਪੰਜਾਬ ਦੇ ਵਿੱਚ, ਉਹਦਾ ਬਹੁਤ ਉਹਨੂੰ ਸੇਕਾ ਜਿਹੜਾ ਦੀ ਉਹ ਕਿਸਾਨੀ ਅੰਦੋਲਨ ਦਾ ਲੱਗ ਗਿਆ, ਖੇਤੀ ਕਾਨੂੰਨਾਂ ਦਾ ਲੱਗ ਗਿਆ। ਬੇਸ਼ੱਕ ਜਿਹੜੇ ਨਰਿੰਦਰ ਸਿੰਘ ਤੋਮਰ ਨੇ ਉਹ ਕੱਲ ਕਹੀ ਜਾਂਦੇ ਸੀਗੇ ਵੀ ਨਹੀਂ ਨਹੀਂ ਇਹ ਖੇਤੀ ਕਾਨੂੰਨਾਂ ਕਰਕੇ ਨਹੀਂ, ਅਸੀਂ ਤਾਂ ਪਹਿਲੀ ਵਾਰੀ ਅਕਾਲੀ ਦਲ ਤੋਂ ਵੱਖ ਹੋ ਕੇ ਚੋਣ ਲੜੀ ਆ, ਇਸ ਕਰਕੇ ਅਸੀਂ ਪਹਿਲਾਂ ਹੀ ਕਮਜ਼ੋਰ ਸੀਗੇ ਪੰਜਾਬ ਦੇ ਵਿੱਚ। ਕਿੱਥੇ ਪੰਜਾਬ ਦੇ ਵਿੱਚ ਆਪਣੇ ਸਿਰ ਦੇ ਉੱਤੇ ਸਰਕਾਰਾਂ ਬਣਾਉਣ ਦੀ ਗੱਲ ਕਰਦੇ, ਕਮਜ਼ੋਰ ਕਿੱਥੇ ਸੀਗੇ ਜੀ। ਤੋ ਭਾਜਪਾ ਜਿਹੜੀ ਹੈ ਜੀ ਉਹਦਾ ਮੁਕਾਬਲਾ ਅਸਲ ਦੇ ਵਿੱਚ ਰਿਹਾ ਨੋਟਾਂ ਦੇ ਨਾਲ। ਔਰ 1.5 ਦਰਜਨ ਦੇ ਕਰੀਬ ਨਗਰ ਕੌਂਸਲਾਂ ਦੇ ਵਿੱਚ ਭਾਜਪਾ ਦੇ ਇੱਕਾ ਦੁੱਕਾ ਜਿਹੜੇ ਉਮੀਦਵਾਰ ਸੀ ਉਹ ਨੋਟਾਂ ਤੋਂ ਵੀ ਪਛੜੇ ਰਹੇ। ਮਾਨਸਾ ਦੇ ਵਾਰਡ ਨੰਬਰ 2 ਦੇ ਵਿੱਚ ਭਾਜਪਾ ਉਮੀਦਵਾਰ ਰਾਜੂ ਸਿੰਘ ਨੂੰ 9 ਵੋਟਾਂ ਮਿਲੀਆਂ, ਨੋਟਾਂ ਨੂੰ 15 ਮਿਲ ਗਈਆਂ। 23 ਨੰਬਰ ਵਾਰਡ ਦੇ ਵਿੱਚ ਨੋਟਾਂ ਦੇ ਨਾਲੋਂ ਭਾਜਪਾ ਉਮੀਦਵਾਰ 2 ਵੋਟਾਂ ਦੇ ਨਾਲ ਅੱਗੇ ਰਿਹਾ। ਪੰਜਾਬ ਭਰ ਦੇ ਵਿੱਚੋਂ ਭਾਜਪਾ ਨੂੰ ਸਿਰਫ 47 ਵਾਰਡਾਂ ਜਿੱਤ ਹੋਈ। ਪੰਜਾਬ ਦੇ 10 ਜ਼ਿਲ੍ਹਿਆਂ 'ਚ ਭਾਜਪਾ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੀ। ਬਠਿੰਡਾ, ਅੰਮ੍ਰਿਤਸਰ, ਬਰਨਾਲਾ, ਫਤਿਹਗੜ੍ਹ ਸਾਹਿਬ, ਫਿਰੋਜ਼ਪੁਰ, ਗੁਰਦਾਸਪੁਰ, ਮਾਨਸਾ, ਮੋਗਾ ਤੇ ਤਰਨਤਾਰਨ ਇਹਦੇ ਸ਼ਾਮਲ ਨੇ। ਭਾਜਪਾ ਨੂੰ ਫਰੀਦਕੋਟ, ਜਲੰਧਰ, ਨਵਾਂਸ਼ਹਿਰ ਤੇ ਮੁਕਤਸਰ ਦੇ ਵਿੱਚ ਇੱਕ ਸੀਟ ਮਿਲੀ ਹੈ। ਅਗਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਭਾਜਪਾ ਵੱਲੋਂ 117 ਸੀਟਾਂ ਤੇ ਉਮੀਦਵਾਰ ਖੜੇ ਕਰਨ ਦਾ ਐਲਾਨ ਕੀਤਾ ਹੋਇਆ। ਪਤਾ ਨਹੀਂ ਹੁਣ ਇਹਨਾਂ ਨੂੰ ਹੀ ਨਾ ਜਿਹੜਾ ਦੀ ਉਹ ਖੜਾ ਕਰ ਦੇਣ ਜਿਹੜੇ ਨਿਗਮ ਵਾਲੇ ਸੀਗੇ। ਮੁਕਤਸਰ ਨਗਰ ਕੌਂਸਲ ਦੇ ਵਿੱਚ ਭਾਜਪਾ ਦਾ 1 ਕੌਂਸਲਰ ਜੇਤੂ ਰਿਹਾ। ਭਾਜਪਾ ਜਿਹੜੀ ਵਾਰਡ ਨੰਬਰ 4 ਦੇ ਵਿੱਚ ਭਾਜਪਾ ਉਮੀਦਵਾਰ ਨੂੰ 4 ਵੋਟਾਂ ਤੇ ਨੋਟਾਂ ਨੂੰ 41 ਪੈ ਗਈਆਂ। ਮੁਕਤਸਰ ਦੇ ਵਿੱਚ ਅੱਧੀ ਦਰਜਨ ਵਾਰਡ ਇਸ ਤਰ੍ਹਾਂ ਦੇ ਆ ਜਿੱਥੇ ਭਾਜਪਾ ਉਮੀਦਵਾਰ ਤੋਂ ਜ਼ਿਆਦਾ ਵੋਟ ਜਿਹੜੇ ਨੋਟਾਂ ਨੇ ਪਏ। ਔਰ ਨਗਰ ਨਿਗਮ ਬਠਿੰਡਾ ਦੇ 2 ਵਾਰਡਾਂ ਦੇ ਵਿੱਚ ਵੀ ਇਹੀ ਹਾਲਾਤ ਬਣੇ। ਬਠਿੰਡਾ ਨਿਗਮ ਦੇ ਵਾਰਡ ਨੰਬਰ 20 ਦੇ ਵਿੱਚ ਭਾਜਪਾ ਉਮੀਦਵਾਰ ਨੂੰ 18 ਤੇ ਨੋਟਾਂ ਨੂੰ 39 ਵੋਟਾਂ ਮਿਲ ਗਈਆਂ। ਵਾਰਡ ਨੰਬਰ 40 ਦੇ ਵਿੱਚ ਭਾਜਪਾ ਨੂੰ ਜਿਹੜਾ ਸੀਗਾ 10 ਵੋਟਾਂ ਤੇ ਨੋਟਾਂ ਨੂੰ 21 ਮਿਲੀਆਂ। ਇਹ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ 5 ਨਗਰ ਕੌਂਸਲਾਂ ਦੇ ਵਿੱਚ 67 ਵਾਰਡਾਂ 'ਚ ਸਿਰਫ 21 ਵਾਰਡਾਂ ਦੇ ਵਿੱਚ ਭਾਜਪਾ ਨੇ ਆਪਣੇ ਉਮੀਦਵਾਰ ਖੜੇ ਕੀਤੇ। ਇਹਦੇ ਵਿੱਚ ਭਾਜਪਾ ਨੂੰ 230 ਵੋਟਾਂ ਮਿਲੀਆਂ ਜਦੋਂ ਕਿ ਨੋਟਾਂ ਨੂੰ 379 ਵੋਟਾਂ ਜਿਹੜੀਆਂ ਦੀ ਉਹ ਮਿਲ ਗਈਆਂ। ਅੰਮ੍ਰਿਤਸਰ ਦੇ ਵਾਰਡ ਨੰਬਰ 37 ਦੇ ਵਿੱਚ ਭਾਜਪਾ ਉਮੀਦਵਾਰ ਨੂੰ 52 ਵੋਟਾਂ ਮਿਲੀਆਂ, ਨੋਟਾ 60 ਲੈ ਗਿਆ। ਤੋ ਇਹ ਸਾਰੇ ਜਗ੍ਹਾ ਦੇ ਉੱਤੇ ਭਾਜਪਾ ਦਾ ਮੁਕਾਬਲਾ ਜਿਹੜਾ ਸੀਗਾ ਉਹ ਨੋਟਾਂ ਦੇ ਨਾਲ ਹੀ ਜਿਹੜਾ ਦੀ ਉਹ ਹੁੰਦਾ ਦਿਸਿਆ। ਔਰ ਬਿਨਾਂ ਕਿਸੇ ਸ਼ੱਕ ਦੇ ਜਿਹੜਾ ਭਾਰਤੀ ਜਨਤਾ ਪਾਰਟੀ ਨੂੰ ਸੇਕਾ ਜਿਹੜਾ ਜੀ ਇਹ ਨਿਗਮ ਚੋਣਾਂ ਤੋਂ ਇਹ ਕਹੀ ਜਾਂਦੇ ਆ ਕਿ ਨਿਗਮ ਚੋਣਾਂ ਦਾ ਕੋਈ ਅਸਰ ਨਹੀਂ। ਜਦੋਂ ਰਾਜਸਥਾਨ ਦੇ ਵਿੱਚ ਨਿਗਮ ਚੋਣਾਂ ਹੋਈਆਂ ਸੀਗੀਆਂ ਕੋਈ 1.5 ਮਹੀਨਾ ਪਹਿਲਾਂ, ਉਦੋਂ ਕਿਸਾਨ ਜਿਹੜਾ ਜੀ ਉਹ ਜਾ ਬੈਠੇ ਸੀਗੇ ਦਿੱਲੀ ਦੀਆਂ ਸਰਹੱਦਾਂ ਤੇ। ਉਹਦੇ ਵਿੱਚ ਨਿਗਮ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਜਿੱਤ ਮਿਲੀ ਸੀ ਔਰ ਭਾਰਤੀ ਜਨਤਾ ਪਾਰਟੀ ਨੇ ਬਹੁਤ ਪ੍ਰਚਾਰਿਆ ਸੀਗਾ ਇਹਨੂੰ। ਦੇਖੋ ਜੀ ਕਿਸਾਨ ਅੰਦੋਲਨ ਦਾ ਕੋਈ ਅਸਰ ਨਹੀਂ, ਅਸੀਂ ਤਾਂ ਨਿਗਮ ਚੋਣਾਂ ਜਿੱਤ ਗਏ। ਉਹ ਕਹਿੰਦੇ ਸੀਗੇ ਕਿ ਨਿਗਮ ਚੋਣਾਂ ਜਿਹੜੀਆਂ ਨੇ ਇਹ ਘਰ ਘਰ ਦੀਆਂ ਚੋਣਾਂ ਹੁੰਦੀਆਂ ਨੇ, ਮਤਲਬ ਮਹੱਲਾ ਚੋਣਾਂ ਹੁੰਦੀਆਂ ਨੇ ਤੇ ਲੋਕ ਸਾਡੇ ਨਾਲ ਨੇ। ਹੁਣ ਜਦੋਂ ਇੱਥੇ ਹਾਰ ਗਏ ਤੇ ਕਹਿੰਦੇ ਖੇਤੀ ਕਾਨੂੰਨਾਂ ਦਾ ਇਹਦੇ ਉੱਤੇ ਕੋਈ ਅਸਰ ਜਿਹੜਾ ਜੀ ਨਹੀਂ ਹੈਗਾ, ਨਿਗਮ ਚੋਣਾਂ ਦੇ ਉੱਤੇ ਇਹਨੂੰ ਨਹੀਂ ਜਿਹੜਾ ਉਸ ਤਰੀਕੇ ਨਾਲ ਲਿਆ ਜਾ ਸਕਦਾ।
ਸੂਪੜਾ ਸਾਫ਼ ਜਿਹੜਾ ਕਰਨਾ ਕਹਿੰਦੇ ਜੀ ਉਹ ਲੋਕਾਂ ਨੇ ਕਰ ਦਿੱਤਾ ਇਹਨਾਂ ਜਿਹੜੀਆਂ ਦੀ ਉਹ ਨਿਗਮ ਚੋਣਾਂ ਦੇ ਵਿੱਚ। ਔਰ ਜਿਹੜੇ ਕੁਝ ਲੋਕ ਇੱਧਰ ਥਾਲੀ 'ਚ ਪਏ ਬੈਂਗਣ ਹੁੰਦੇ ਵੀ ਕਦੀ ਉੱਧਰ ਰਿੜ ਗਏ ਕਦੀ ਉੱਧਰ, ਉਹ ਵੀ ਇਹ ਝਾਕ ਰੱਖੀ ਫਿਰਦੇ ਸੀ ਵੀ ਹੋਰ ਨਹੀਂ ਤਾਂ ਕਿਤੋਂ ਚਲੋ ਭਾਜਪਾ ਵੱਲੋਂ ਹੀ ਉਮੀਦਵਾਰ ਬਣ ਜਾਣਗੇ। ਮੇਰਾ ਖਿਆਲ ਉਹ ਵੀ ਪੈਰ ਪਿਛਾਂ ਆਪਣੇ ਜਿਹੜੇ ਦੀ ਉਹ ਖਿੱਚਣਗੇ ਇਸ ਸਭ ਕਾਸੇ ਤੋਂ ਬਾਅਦ ਜੋ ਹਸ਼ਰ ਭਾਜਪਾ ਦਾ ਹੋ ਗਿਆ। ਬਿਲਕੁਲ ਜੀ। ਅਸਰ ਲੱਗਦਾ ਸੀਗਾ ਵੀ ਲੋਕਾਂ ਨੂੰ ਬਹੁਤ ਆਸ ਸੀਗੀ ਇਹਨਾਂ ਤੋਂ ਟਿਕਟ ਮਿਲਣੇ ਦੀ। ਤੇ ਅੱਗੇ ਗੱਲ ਕਰਦੇ ਹਾਂ ਦਿਸ਼ਾ ਰਵੀ ਦੀ। ਮੀਡੀਆ ਟਰਾਇਲ ਦੇ ਖਿਲਾਫ ਹਾਈ ਕੋਰਟ ਪਹੁੰਚੀ। ਇਹਦੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੇ ਨਾਲ ਜਿਹੜਾ ਸੰਬੰਧਿਤ ਟੂਲ ਕਿੱਟ ਹੈ ਇਹਨੂੰ ਅੱਗੇ ਜਿਹੜਾ ਟਵੀਟ ਕਰਨ ਦੇ ਮਾਮਲੇ ਦੇ ਵਿੱਚ ਜਿਹੜੀ ਗ੍ਰਿਫਤਾਰ ਕੀਤੀ ਗਈ ਹੈ ਜੀ ਇਨਵਾਇਰਮੈਂਟ ਦੇ ਵਾਸਤੇ ਲੜਨ ਵਾਲੀ ਦਿਸ਼ਾ ਰਵੀ, ਉਹਨੇ ਹਾਈ ਕੋਰਟ ਦਾ ਰੁਖ ਜਿਹੜਾ ਜੀ ਕੀਤਾ ਕਿ ਉਹਦੇ ਖਿਲਾਫ ਦਰਜ FIR ਦੀ ਜਾਂਚ ਦੇ ਨਾਲ ਜੁੜੀ ਸਮੱਗਰੀ ਨੂੰ ਪੁਲਿਸ ਦੇ ਵੱਲੋਂ ਮੀਡੀਆ ਦੇ ਵਿੱਚ ਲੀਕ ਕੀਤੇ ਜਾਣ ਤੋਂ ਰੋਕਣ ਦੀ ਮੰਗ ਕੀਤੀ ਗਈ ਹੈ। ਹਾਈ ਕੋਰਟ ਨੇ ਦਿਸ਼ਾ ਰਵੀ ਦੀ ਪਟੀਸ਼ਨ ਤੇ 2 ਮੀਡੀਆ ਸੰਸਥਾਵਾਂ ਨੂੰ ਨੋਟਿਸ ਜਾਰੀ ਕੀਤਾ। ਦਿੱਲੀ ਪੁਲਿਸ ਨੇ ਆਪਣੇ ਵਕੀਲ ਰਾਹੀਂ ਦਾਅਵਾ ਕੀਤਾ ਕਿ ਉਹਨੇ ਇਸ ਤਰ੍ਹਾਂ ਦੀ ਕੋਈ ਜਾਣਕਾਰੀ ਲੀਕ ਨਹੀਂ ਕੀਤੀ। ਅੱਜ ਇਹਦੇ ਉੱਤੇ ਸੁਣਵਾਈ ਜਾਰੀ ਰਹੂਗੀ। ਜਿਹੜੀ ਇਹ ਇਨਵਾਇਰਮੈਂਟ ਦੇ ਵਾਸਤੇ ਲੜਨ ਵਾਲੀ ਦਿਸ਼ਾ ਰਵੀ ਹੈ ਉਹਨੇ ਜਿਹੜਾ ਜੀ WhatsApp ਦੇ ਉੱਤੇ ਉਹਦੇ ਤੇ ਤੀਜੀ ਧਿਰਾਂ ਦਰਮਿਆਨ ਹੋਈ ਪ੍ਰਾਈਵੇਟ ਚੈਟ ਸਣੇ ਚੈਟ ਦੇ ਕਿਸੇ ਵੀ ਜਿਹੜਾ ਜੀ ਅੰਸ਼ ਜਾਂ ਜਿਹੜੀ ਵਿਸ਼ਾ ਹੈ ਉਹਨੂੰ ਮੀਡੀਆ ਦੇ ਵਿੱਚ ਪ੍ਰਕਾਸ਼ ਨਾ ਕੀਤੇ ਜਾਣ ਦੀ ਜਿਹੜੀ ਉਹ ਮੰਗ ਕੀਤੀ। ਰਵੀ ਨੇ ਆਪਣੇ ਵਕੀਲ ਦੇ ਰਾਹੀਂ ਦਾਇਰ ਪਟੀਸ਼ਨ ਦੇ ਵਿੱਚ ਕਿਹਾ ਕਿ ਉਹ ਆਪਣੀ ਜਿਹੜੀ ਗ੍ਰਿਫਤਾਰੀ ਹੈ ਉਹਦੇ ਤੋਂ ਉਹਨੂੰ ਲੈ ਕੇ ਮੀਡੀਆ ਚੱਲ ਰਹੀ ਟਰਾਇਲ ਤੋਂ ਬੜੀ ਔਖੀ ਆ ਔਰ ਇਹ ਕਾਰਵਾਈ ਪੂਰੀ ਤਰ੍ਹਾਂ ਪੱਖਪਾਤੀ ਹੈ। ਕਿਉਂਕਿ ਜਿਸ ਤਰੀਕੇ ਦੇ ਨਾਲ ਮੀਡੀਆ ਦੇ ਕੁਝ ਹਿੱਸੇ ਦੇ ਵੱਲੋਂ ਦਿਸ਼ਾ ਰਵੀ ਨੂੰ ਜੋ ਬਣਾ ਕੇ ਪੇਸ਼ ਜਿਹੜਾ ਵੀ ਉਹ ਕਰ ਦਿੱਤਾ ਗਿਆ, ਉਹ ਬੜੀ ਹੈਰਾਨਗੀ ਵਾਲੀ ਗੱਲ ਹੈ ਕਿ ਇਹ ਜਿਹੜੀ ਨਵੀਂ ਜਨਰੇਸ਼ਨ ਦੇ ਕੁਝ ਲੋਕ ਜਿਹੜੇ ਖਾਸ ਤੌਰ ਦੇ ਉੱਤੇ এনवायरमेंट ਪ੍ਰਤੀ ਫਿਕਰਮੰਦ ਜਾਂ ਸੋਚਣ ਵਾਲੇ ਲੋਕ ਨੇ, ਇਹ ਉਹ ਤਾਂ ਹੈ ਨਹੀਂ ਜਿਹੜੇ ਕਿਤਾਬੀ ਕੀੜੇ ਨੇ ਵੀ ਕਿਤਾਬਾਂ ਪੜ੍ਹੀਆਂ ਤੇ ਗਾਂ ਜਿਹੜਾ ਵੀ ਉਹ ਲੰਘੇ। ਇਹ ਅਵੇਅਰ ਲੋਕ ਨੇ ਔਰ ਇਹ ਅਵੇਅਰ ਲੋਕਾਂ ਨੂੰ ਜਿਸ ਤਰੀਕੇ ਦੇ ਨਾਲ ਮੀਡੀਆ ਨੇ ਨਿਸ਼ਾਨਾ ਬਣਾ ਲਿਆ, ਉਹਨਾਂ ਦੀ ਕੀਤੀ ਕਰਾਈ ਸਾਰੀ ਜਿਹੜੀ ਦੀ ਉਹ ਖੂਚ ਪਾਤੀ। ਮੈਂ ਅੱਗੇ ਵੀ ਇੱਕ ਦਿਨ ਗੱਲ ਕੀਤੀ ਸੀ ਵੀ ਜਿਹੜਾ ਹਰਿਆਣੇ ਦਾ ਮੰਤਰੀ ਆ, ਜਿਹੜਾ ਬਿਮਾਰ ਸਿਹਤ ਮੰਤਰੀ, ਉਹਨੇ ਜਿਹੜਾ ਦੀ ਟਵੀਟ ਇੱਥੋਂ ਤੱਕ ਕਰ ਦਿੱਤਾ ਸੀਗਾ ਕਿ ਦਿਸ਼ਾ ਰਵੀ ਜਾਂ ਇਹਦੇ ਵਰਗੇ ਜਿਹੜੇ ਲੋਕ ਨੇ ਇਹਨਾਂ ਦਾ ਜਿਹੜਾ ਦੀ ਉਹ ਬੀਜ ਮਸਲ ਦੇਣਾ ਚਾਹੀਦਾ ਬਿਨਾਂ ਕਿਸੇ ਜਿਹੜੀ ਪੁਲਿਸ ਦੀ ਇਨਵੈਸਟੀਗੇਸ਼ਨ ਤੋਂ, ਬਿਨਾਂ ਕਿਸੇ ਅਦਾਲਤ ਦੇ ਫੈਸਲੇ ਤੋਂ ਇਹਨਾਂ ਕੁਝ ਜਿਹੜਾ ਦੀ ਉਹ ਕਹਿ ਦਿੱਤਾ। ਔਰ ਮੀਡੀਆ ਹਾਊਸਿਸ ਜਿਹੜੇ ਨੇ ਜੀ ਉਹ ਲਗਾਤਾਰ ਇਸ ਲੜਕੀ ਨੂੰ ਨਿਸ਼ਾਨਾ ਬਣਾ ਰਹੇ ਆ। ਉਹਨੇ ਦਾਅਵਾ ਇਹ ਕੀਤਾ ਕਿ ਦਿੱਲੀ ਪੁਲਿਸ ਦੇ ਸਾਈਬਰ ਸੈੱਲ ਦੇ ਵੱਲੋਂ ਬੈਂਗਲੁਰੂ ਤੋਂ ਕੀਤੀ ਗਈ ਉਹਦੀ ਗ੍ਰਿਫਤਾਰੀ ਪੂਰੇ ਤਰੀਕੇ ਦੇ ਨਾਲ ਗੈਰ ਕਾਨੂੰਨੀ ਤੇ ਬੇਬੁਨਿਆਦ ਸੀ। ਉਹਨੇ ਇਸ ਪਟੀਸ਼ਨ ਦੇ ਵਿੱਚ ਕਿਹਾ ਕਿ ਮੌਜੂਦਾ ਹਾਲਾਤਾਂ ਦੇ ਮੱਦੇਨਜ਼ਰ ਇਸ ਗੱਲ ਦੀ ਵੱਡੀ ਸੰਭਾਵਨਾ ਹੈ ਕਿ ਆਮ ਲੋਕ ਟੀਵੀ ਚੈਨਲਾਂ ਤੇ ਚੱਲ ਰਹੀਆਂ ਖਬਰਾਂ ਜਿਹੜੀਆਂ ਨੇ ਉਹਨੂੰ ਫੈਸਲਾ ਕੁਨ ਲੈ ਲੈਂਦੇ ਆ ਤੇ ਉਹਨੂੰ ਦੋਸ਼ੀ ਮੰਨ ਲੈਂਦੇ ਆ। ਉਹਨੇ ਇਹ ਕਿਹਾ ਕਿ ਮੇਰੀ ਜਿਹੜੀ ਪ੍ਰਾਈਵੇਸੀ ਆ ਉਹਦਾ ਹੋਰ ਉਲੰਘਣ ਤੋਂ ਰੋਕਣ ਦੇ ਵਾਸਤੇ ਨਿਰਪੱਖ ਟਰਾਇਲ ਮੇਰੇ ਹੱਕ ਦੇ ਵਿੱਚ ਜਿਹੜਾ ਦੀ ਉਹਦੇ ਲਈ ਇਹ ਪਟੀਸ਼ਨ ਉਹ ਦਾਖਲ ਕਰ ਰਹੀ ਆ। ਉਹਨੇ ਜਿਹੜੇ ਪਟੀਸ਼ਨ ਦੇ ਵਿੱਚ ਜਿਹੜੇ NBSA ਤੇ ਕੁਝ ਮੀਡੀਆ ਹਾਊਸਿਸ ਦਾ ਨਾਂ ਲਏ ਨੇ, ਉਹਨੇ ਇਹ ਗੱਲ ਕਹੀ ਹੈ ਕਿ ਦਿੱਲੀ ਹਾਈ ਕੋਰਟ ਨੂੰ ਦੱਸਿਆ ਕਿ ਉਹਨੇ ਟੂਲ ਕਿਟ ਮਾਮਲੇ ਦੇ ਵਿੱਚ ਦਿਸ਼ਾ ਰਵੀ ਦੀ ਕਥਿਤ ਸ਼ਮੂਲੀਅਤ ਦੇ ਨਾਲ ਜੁੜੇ ਕੇਸ ਦੇ ਵਿੱਚ ਮੀਡੀਆ ਦੇ ਉੱਤੇ ਸਮੱਗਰੀ ਜਿਹੜੀ ਆ ਜੀ ਉਹ ਲੀਕ ਕੀਤੀ ਹੈ। ਹੈਰਾਨੀ ਵਾਲੀ ਗੱਲ ਜਿਹੜੀ ਆ ਜੀ ਉਹ ਇਹ ਆ ਕਿ ਜਿਸ ਤਰੀਕੇ ਦੇ ਨਾਲ ਇਹਨਾਂ ਨੂੰ ਖਾਸ ਤੌਰ ਦੇ ਉੱਤੇ ਦਿਸ਼ਾ ਰਵੀ ਹੋ ਗਈ, ਸ਼ਾਂਤਨੂ ਗੋਲੋਕ ਹੋ ਗਿਆ, ਨਿਕਿਤਾ ਜੈਕਬ ਹੋ ਗਈ, ਇਹਨਾਂ ਦੇ ਬਾਰੇ ਦੇ ਵਿੱਚ ਬਿਠਾ ਕੇ ਸੋ ਕਾਲਡ ਐਕਸਪਰਟ ਜਿਹੜੇ ਆ ਉਹ ਚਿੱਕੜ ਸੁੱਟਿਆ ਜਾ ਰਿਹਾ। ਕਿਤੇ ਨਾ ਕਿਤੇ ਜਿਹੜੇ ਬਾਕੀ ਯੂਥ ਹੈ ਉਹਨਾਂ ਨੂੰ ਪ੍ਰਵੋਕ ਕਰ ਰਿਹਾ ਮੀਡੀਆ ਕਿ ਉਹ ਵੀ ਹੁਣ ਇਹਨਾਂ ਦੇ ਨਾਲ ਆ ਕੇ ਜਿਹੜਾ ਦੀ ਉਹ ਖੜੇ ਹੋ ਜਾਣ। ਇਸੇ ਕਰਕੇ ਜਿਹੜੇ ਸਟੂਡੈਂਟ ਨੇ ਉਹਨਾਂ ਦੇ ਵੱਡੇ ਜਿਹੜੇ ਰੋਸ ਪ੍ਰਦਰਸ਼ਨ ਨੇ ਉਹ ਸਾਰੇ ਮੁਲਕ ਦੇ ਸ਼ਹਿਰਾਂ ਦੇ ਵਿੱਚ ਦਿਸ਼ਾ ਰਵੀ ਦੇ ਹੱਕ ਦੇ ਵਿੱਚ ਹੋ ਰਹੇ ਨੇ। ਅਗਲੇ ਜ਼ੋਰ ਤਾਂ ਪੂਰਾ ਲਾ ਰਹੇ ਨਾ ਅਸੀਂ ਕੁਝ ਕਰਨਾ। ਤਾਂ ਅੱਗੇ ਗੱਲ ਕਰਦੇ ਹਾਂ ਹੁਣ ਜਿਹੜੀਆਂ ਚੋਣਾਂ ਹੋ ਕੇ ਹਟੀਆਂ ਆ, ਜਸ਼ਨ ਮਨਾਏ ਗਏ ਆ, ਢੋਲ ਵਜਾਏ ਗਏ ਆ, ਹੁਣ ਉਸ ਤੋਂ ਬਾਅਦ ਕੁਰਸੀ ਯੁੱਧ ਸ਼ੁਰੂ। ਦੇਖੋ ਢੋਲ ਜਿਹੜੇ ਆ ਉਹ ਵੀ
ਸਮਝ ਤੋਂ ਪਰੇ ਵਾਲੀ ਜਿਹੜੀ ਦੀ ਉਹ ਗੱਲ ਹੈ ਕਿ ਕਾਹਦੇ ਵਾਸਤੇ ਢੋਲ ਜਿਹੜੇ ਉਹ ਵਜਾਏ ਜਾ ਰਹੇ ਨੇ। ਪਰ ਇਹ ਆ ਕਿ ਜਿਹੜੇ ਸਿਆਸੀ ਆਗੂ ਨੇ ਉਹ ਚਾਹੇ ਲੋਕਾਂ ਦੇ ਢੋਲ ਵਜਾ ਲੈਣ ਚਾਹੇ ਦੂਜੇ ਵਜਾ ਲੈਣ, ਜੀ ਕੰਮ ਤਾਂ ਉਹਨਾਂ ਦਾ ਉਹੀ ਹੁੰਦਾ। ਜੇ ਜਦੋਂ ਨਿਗਮ ਚੋਣਾਂ ਦੇ ਦੌਰਾਨ ਇਹ ਖਬਰਾਂ ਆਈਆਂ ਸੀਗੀਆਂ ਕਿ ਮੋਗੇ ਦੇ ਵਿੱਚ ਮਰਨ ਵਾਲੇ ਜਿਹੜੇ ਜੀ 2 ਅਕਾਲੀ ਸੀ, ਤੇ ਕੱਲ ਜਿਹੜਾ ਫਰੀਦਕੋਟ ਦੇ ਵਿੱਚ ਮਰਡਰ ਹੋਇਆ ਉਹ ਕਤਲ ਹੋਣ ਵਾਲਾ ਕਾਂਗਰਸੀ ਸੀ। ਮਰ ਤਾਂ ਆਮ ਲੋਕ ਹੀ ਜਿਹੜਾ ਰਹੇ ਆ ਨਾ ਕਿਸੇ ਵੀ ਰੂਪ ਦੇ ਵਿੱਚ। ਜਿਹੜੇ ਲੀਡਰ ਨੇ ਜੀ ਉਹ ਢੋਲ ਵਜਾ ਰਹੇ ਆ। ਕੱਲ ਜਿਹੜੇ ਪੰਜਾਬ ਦੇ ਸਿਹਤ ਮੰਤਰੀ ਨੇ ਬਲਬੀਰ ਸਿੰਘ ਸਿੱਧੂ ਹੋਰੀ, ਉਹ ਗਲ 'ਚ ਢੋਲ ਪਾਈ ਖੜੇ ਸੀਗੇ ਔਰ ਢੋਲ ਵਜਾ ਰਹੇ ਸੀਗੇ ਉਸ ਸਮੇਂ, ਜਦੋਂ ਕਿ ਜਿਹੜਾ ਅਸਲ ਪੰਜਾਬ ਦਾ ਮਾਲਕ ਹੈ ਕਿਸਾਨ, ਉਹ ਸਰਹੱਦਾਂ ਦੇ ਉੱਤੇ ਬੈਠਾ ਔਰ ਉੱਥੋਂ ਉਹਦੀਆਂ ਲਗਾਤਾਰ ਜਿਹੜੀਆਂ ਮ੍ਰਿਤਕ ਦੇਹਾਂ ਆ ਰਹੀਆਂ ਨੇ, 225 ਦੇ ਕਰੀਬ ਜਿਹੜਾ ਆ ਚੁੱਕੀਆਂ ਹੋਈਆਂ ਨੇ। ਇਹਨਾਂ ਨੂੰ ਜਿਹੜੀ ਜੀ ਉਹ ਢੋਲ ਕੁੱਟਣ ਦੀ ਪਈ ਹੋਈ ਹੈ। ਹੁਣ ਪ੍ਰਧਾਨਗੀ ਦੇ ਵਾਸਤੇ ਜੋੜ ਤੋੜ ਦੇ ਜਿਹੜੇ ਜੀ ਉਹ ਸ਼ੁਰੂ ਹੋ ਗਏ ਹੋਏ ਆ। ਨਗਰ ਨਿਗਮਾਂ ਦੇ ਮੇਅਰ ਤੇ ਉਪ ਮੇਅਰ ਤੇ ਕੌਂਸਲਾਂ ਦੇ ਪ੍ਰਧਾਨ, ਉਪ ਪ੍ਰਧਾਨ ਦੇ ਅਹੁਦਿਆਂ ਦੇ ਉੱਤੇ ਜਿਹੜਾ ਜੀ ਉਹ ਨੋਟੀਫਿਕੇਸ਼ਨ ਜਾਰੀ ਕੀਤਾ ਜਾਊਗਾ। ਹਾਕਮ ਧਿਰ ਦੇ VIPs ਤੇ ਜਿਹੜੇ ਸਕੇ ਸੰਬੰਧੀਆਂ ਦੇ ਭਾਗ ਜਿਹੜੇ ਉਹ ਜਾਗਣਗੇ। ਆਮ ਲੋਕਾਂ ਨੂੰ ਕਿਹਨੇ ਪੁੱਛਣਾ? ਉਹ ਤਾਂ ਕੁੱਟ ਖਾਣ ਵਾਲਿਆਂ 'ਚ ਨੇ ਨਾ। ਇਹਨਾਂ ਚੋਣ ਨਤੀਜਿਆਂ ਨੇ ਕਈ VVIPs ਜਿਹੜੇ ਨੇ ਉਹਨਾਂ ਦੇ ਸੁਪਨਿਆਂ ਤੇ ਪਾਣੀ ਵੀ ਫੇਰਿਆ। ਮੋਹਾਲੀ ਦੇ ਵਿੱਚ ਕਾਂਗਰਸ ਨੇ ਜਿੱਤ ਜਿਹੜੀ ਜੀ ਉਹ ਹਾਸਲ ਕੀਤੀ ਆ। ਬਲਬੀਰ ਸਿੱਧੂ ਦਾ ਭਰਾ ਜਿਹੜਾ ਅਮਰਜੀਤ ਸਿੰਘ ਜੀਤੀ ਹੈ, ਉਹ ਮੇਅਰ ਦਾ ਜਿਹੜਾ ਜੀ ਉਹ ਕੁਰਸੀ ਦਾ ਦਾਅਵੇਦਾਰ ਹੈ ਔਰ ਉਹਦੇ ਭਰਾ ਦੇ ਵਾਸਤੇ ਰਾਖਵੀਂ ਵੀ ਹੋ ਸਕਦੀ ਹੈ, ਹੋਊਗੀ ਵੀ। ਹਲਕਾ ਸਮਰਾਲਾ ਤੋਂ ਕਾਂਗਰਸੀ ਵਿਧਾਇਕ ਅਮਰੀਕ ਸਿੰਘ ਢਿੱਲੋਂ ਜਿਹੜਾ ਉਹਦੀ ਨੂੰਹ ਤੇ ਪੋਤਾ ਜਿਹੜਾ ਉਹ ਸਮਰਾਲਾ ਨਗਰ ਕੌਂਸਲਰ ਦੀ ਚੋਣ ਜਿੱਤਿਆ। ਵਿਧਾਇਕ ਢਿੱਲੋਂ ਆਪਣੇ ਪੋਤਰੇ ਨੂੰ ਕੌਂਸਲ ਦੀ ਪ੍ਰਧਾਨਗੀ ਦੀ ਕੁਰਸੀ ਦੇ ਉੱਤੇ ਬਿਠਾਉਣ ਲਈ ਤਰਲੋ ਮਰਛੀ ਹੋ ਰਿਹਾ। ਡੇਰਾਬੱਸੀ ਤੋਂ ਕਾਂਗਰਸ ਦੇ ਜਿਹੜੇ ਹਲਕਾ ਇੰਚਾਰਜ ਨੇ ਦੀਪਿੰਦਰ ਢਿੱਲੋਂ, ਜਿਨ੍ਹਾਂ ਦਾ ਲੜਕਾ ਉਦੇਵੀਰ ਡੇਰਾਬੱਸੀ ਤੋਂ ਕੌਂਸਲਰ ਵਜੋਂ ਜੇਤੂ ਹੋਇਆ। ਪ੍ਰਧਾਨਗੀ ਵੀ ਹਲਕਾ ਇੰਚਾਰਜ ਦੇ ਲੜਕੇ ਦੇ ਹਿੱਸੇ ਆਉਣੀ ਹੈ। ਬਟਾਲਾ ਨਿਗਮ 'ਚ ਚੋਣਾਂ ਦੇ ਵਿੱਚ ਸਾਬਕਾ ਕਾਂਗਰਸੀ ਮੰਤਰੀ ਅਸ਼ਵਨੀ ਸੇਖਰੀ ਦਾ ਭਰਾ, ਭੈਣ ਤੇ ਭਤੀਜੇ ਦੀ ਪਤਨੀ ਦੀ ਜਿਹੜੀ ਚੋਣ ਆ ਉਹ ਜਿੱਤੀ ਹੈ। ਮੇਅਰ ਦੀ ਕੁਰਸੀ ਦੇ ਵਾਸਤੇ ਉਹ ਆਪਣਾ ਦਾਅਵਾ ਜਿਹੜਾ ਉਹ ਕਰ ਰਹੇ ਆ। 3 ਥਾਵਾਂ ਤੇ ਹਾਕਮ ਧਿਰ ਦੇ ਆਗੂਆਂ ਦੇ ਸਕੇ ਸੰਬੰਧੀ ਜਿੱਤੇ ਆ, ਜਿੱਥੇ ਜਿਹੜਾ ਜੀ ਕੈਬਨਿਟ ਮੰਤਰੀ ਚਰਨਜੀਤ ਚੰਨੀ ਦਾ ਭਰਾ ਸੁਖਵੰਤ ਸਿੰਘ ਕੌਂਸਲਰ ਦੀ ਚੋਣ ਹਾਰ ਗਿਆ। ਮੋਗਾ ਨਿਗਮ ਦੇ ਕੌਂਸਲਰ ਦੀ ਚੋਣ ਮੌਜੂਦਾ ਵਿਧਾਇਕ ਹਰਜੋਤ ਕਮਲ ਦੀ ਪਤਨੀ ਵੀ ਹਾਰ ਗਈ ਹੈ ਜੀ। ਹਾਲਾਂਕਿ ਜਿਹੜਾ ਇਹਨਾਂ ਨੇ 9 ਜਿਹੜੇ ਨੇ ਉਹ ਆਜ਼ਾਦ ਜਿੱਤੇ, ਉਹ ਆਪਣੇ ਨਾਲ ਜਿਹੜੇ ਆ ਉਹ ਗੰਢ ਲਏ। ਤੋ ਕਿਸੇ ਨਾ ਕਿਸੇ ਆਪਣੇ ਦੇ ਉੱਤੇ ਜਿਹੜਾ ਜੀ ਉਹ ਗੁਣਾ ਪਊਗਾ। ਮਤਲਬ ਕਿ ਲੜਦੇ ਜਿਹੜੇ ਜੀ ਉਹ ਲੋਕ ਰਹੇ, ਮਰਦੇ ਲੋਕ ਰਹੇ, ਤੇ ਕੁਰਸੀਆਂ ਜਿਹੜੀਆਂ ਦੀ ਉਹ ਇਹਨਾਂ ਵੱਡੇ ਜਿਹੜੇ ਆਗੂ ਨੇ ਉਹਨਾਂ ਦੇ ਨੇੜਲਿਆਂ ਨੂੰ ਹੀ ਮਿਲਣੀਆਂ ਨੇ। ਪਰ ਬਦਕਿਸਮਤੀ ਇਹ ਹੈ ਕਿ ਇਹ ਜਿਹੜੀ ਗੇਮ ਹੈ ਇਹ ਲੋਕਾਂ ਨੂੰ ਸਮਝਣੀ ਅਜੇ ਵੀ ਜਿਹੜੀ ਉਹ ਔਖੀ ਹੋਈ ਪਈ ਹੈ। ਸਮਝਣੀ ਚਾਹੀਦੀ ਆ। ਹੁਣ ਤਾਂ ਬਹੁਤ ਕੁਝ ਹੋ ਗਿਆ, ਬਹੁਤ ਲੰਬਾ ਟਾਈਮ ਹੋ ਗਿਆ ਇਹਨਾਂ ਗੇਮਾਂ ਦੇ ਵਿੱਚ। ਤੇ ਅੱਗੇ ਗੱਲ ਕਰਦੇ ਹਾਂ, ਸਰਕਾਰ ਦਾ ਜਿਹੜਾ ਰੇਲ ਰੋਕੂ ਅੰਦੋਲਨ ਸੀਗਾ, ਉਸ ਦੀਆਂ ਖਬਰਾਂ ਰੋਕਣ ਲਈ ਸਰਕਾਰ ਨੇ ਹੋਰ ਹੀ ਵੱਡੇ ਵੱਡੇ ਪ੍ਰੋਗਰਾਮ ਉਲੀਕੇ ਸੀ। ਦੇਖੋ, ਇਹ ਜਿਹੜੇ ਪ੍ਰੋਜੈਕਟਾਂ ਦੇ ਉਦਘਾਟਨ ਜਾਂ ਜਿਹੜੀ ਪਰਿਵਰਤਨ ਰੈਲੀ ਹੈ, ਇਹ ਪਹਿਲਾਂ ਤੈਅ ਨਹੀਂ ਸੀ। ਜਦੋਂ ਕਿਸਾਨਾਂ ਨੇ ਰੇਲ ਰੋਕਣ ਦੀ ਗੱਲ ਜਿਹੜੀ ਜੀ ਉਹ ਕਹੀ, ਤਾਂ ਜਿਹੜੀ ਸਰਕਾਰ ਹੈ ਉਹ ਖਬਰਾਂ ਕਿਹੜੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਰੋਕਦੀ ਹੈ। ਜਦੋਂ ਇੱਕ ਦਿਨ ਭਾਰਤ ਬੰਦ ਹੋਇਆ ਸੀਗਾ, ਉਹਦੀਆਂ ਖਬਰਾਂ ਥੱਲੇ ਦਬ ਜਾਣ, ਇਹਦੇ ਵਾਸਤੇ ਇਹ ਕੀਤਾ ਗਿਆ ਕਿ ਸ਼ਾਮ ਨੂੰ 4 ਵਜੇ ਗ੍ਰਹਿ ਮੰਤਰੀ ਹੋਰਾਂ ਨੇ ਕਹਿ ਦਿੱਤਾ ਕਿ ਉਹ ਕਿਸਾਨਾਂ ਦੇ ਨਾਲ ਮੀਟਿੰਗ ਕਰਨਗੇ, ਕਿਸਾਨ ਆਗੂਆਂ ਦੇ ਨਾਲ ਮੀਟਿੰਗ ਕਰਨਗੇ। ਸਾਰੀਆਂ ਖਬਰਾਂ, ਸਾਰੇ ਕੈਮਰੇ ਉਧਰ ਨੂੰ ਘੁੰਮ ਗਏ। ਅੱਛਾ ਜੀ, ਲੋ ਗ੍ਰਹਿ ਮੰਤਰੀ ਹੁਣ ਇਹਦੇ ਵਿੱਚ ਆ ਗਏ, ਇਹ ਫੈਸਲਾ ਹੋਣ ਵੱਲ ਨੂੰ ਜਿਹੜਾ ਜੀ ਉਹ ਤੁਰ ਪਿਆ। ਇਹ ਵੀ ਖਬਰਾਂ ਜਿਹੜੀਆਂ ਜੀ ਲਵਾਤੀਆਂ ਕਿ ਸਰਕਾਰ ਘਬਰਾ ਗਈ ਜਿਹੜੇ ਇੱਕ ਦਿਨ ਜਿਹੜਾ ਭਾਰਤ ਬੰਦ ਸੀ ਉਹਦੇ ਤੋਂ। ਸਭ ਨੂੰ ਪਤਾ ਸੀਗਾ ਕਿ ਖਬਰਾਂ ਰੋਕੀਆਂ ਜਾ ਰਹੀਆਂ ਨੇ, ਖਬਰਾਂ ਰੋਕੀਆਂ। ਇਹ ਚਰਚਾ ਨਾ ਹੋਇਆ ਕਿ ਕਿੱਥੇ ਕਿੱਥੇ ਕੀ ਕੁਛ ਹੋਇਆ। ਹਾਲਾਂਕਿ ਰੇਲਾਂ ਰੋਕਣ ਵਾਲਾ ਖਬਰਾਂ ਏਦਾਂ ਰੁਕੀਆਂ ਨਹੀਂ, ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਨਿਕਲ ਆਈਆਂ, ਪਰ ਉਹਨੂੰ ਰੋਕਣ ਦੇ ਯਤਨ ਜਿਹੜੇ ਉਹ ਕੀਤੇ ਗਏ। ਜਿਹੜੀਆਂ ਆਉਂਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਹੋਰਾਂ ਦੇ ਵੱਲੋਂ ਅਸਮ ਨੂੰ
ਵਿਕਾਸ ਪ੍ਰੋਜੈਕਟਾਂ ਦੇ ਤੋਹਫਾ ਜਿਹੜਾ ਜੀ ਉਹ ਦੇਣ ਦੇ ਨਾਂ ਦੇ ਉੱਤੇ ਇਹ ਕਿਹਾ ਗਿਆ ਕਿ ਸਰਕਾਰ ਅਸਾਮ ਨੂੰ ਅਣਗੌਲਿਆਂ ਕਰਨ ਦੀ ਇਤਿਹਾਸਕ ਭੁੱਲ ਜਿਹੜੀ ਹੈ ਜੀ ਉਹ ਨਹੀਂ ਕਰੂਗੀ। ਔਰ ਇਹ ਵੀ ਕਿਹਾ ਕਿ ਉਹਨਾਂ ਨੇ ਕਈ ਜਿਹੜੇ ਪ੍ਰੋਗਰਾਮ ਨੇ ਉਹ ਉਲੀਕੇ ਨੇ। ਇਹ ਵੀ ਉਹਦੇ ਵਿੱਚ ਗੱਲ ਕਰਦੇ ਰਹੇ ਕਿ ਕੋਵਿਡ ਦੇ ਖਿਲਾਫ ਅਸੀਂ ਜੰਗ ਕਿਵੇਂ ਲੜੀ ਹੈ, ਕਿਉਂਕਿ ਅਸਮ ਦੇ ਵਿੱਚ ਚੋਣਾਂ ਹੋਣੀਆਂ ਨੇ। ਇਸ ਕਰਕੇ ਕਰੋੜਾਂ ਰੁਪਈਏ ਦੇ ਜਿਹੜੇ ਪ੍ਰੋਜੈਕਟ ਸੀਗੇ ਉਹਦਾ ਐਲਾਨ ਕੀਤਾ ਗਿਆ। ਐਲਾਨ ਹੀ ਆ, ਨਹੀਂ ਤਾਂ ਅਦਰਵਾਈਜ਼ ਤਾਂ ਤੁਹਾਨੂੰ ਯਾਦ ਹੋਣਾ ਉਹ ਤਾਂ ਭਾਅ ਪੁੱਛਦੇ ਹੁੰਦੇ ਕਿੰਨੇ ਦਾ ਐਲਾਨ ਜਿਹੜਾ ਜੀ ਉਹ ਕਰਾਂ। ਦੂਜੇ ਪਾਸੇ ਜਿਹੜੀਆਂ ਇਹ ਖਬਰਾਂ ਸੀਗੀਆਂ ਇਹ ਚੈਨਲਾਂ ਦੇ ਉੱਤੇ ਪ੍ਰਧਾਨ ਮੰਤਰੀ ਹੋਰਾਂ ਦੀਆਂ ਲਗਾਤਾਰ ਜਿਹੜੀਆਂ ਉਹ ਚੱਲਦੀਆਂ ਰਹੀਆਂ। ਦੂਜੇ ਪਾਸੇ ਜਿਹੜਾ ਸੀਗਾ ਪੱਛਮੀ ਬੰਗਾਲ ਦੇ ਵਿੱਚ ਤ੍ਰਿਣਮੂਲ ਸਰਕਾਰ ਦੇ ਉੱਤੇ ਕਟਮਨੀ ਸੱਭਿਆਚਾਰ ਸ਼ੁਰੂ ਕਰਨ ਦਾ ਦੋਸ਼ ਲਾਉਂਦਿਆਂ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰਾਂ ਨੇ ਪਰਿਵਰਤਨ ਯਾਤਰਾ ਜਿਹੜੀ ਦੀ ਉਹ ਕਰ ਦਿੱਤੀ। ਇਹ ਕਹਿਤਾ ਕਿ ਜੇ ਭਾਜਪਾ ਸੱਤਾ ਚਾਹੁੰਦੀ ਹੈ ਤਾਂ ਸੂਬੇ ਦਾ ਵਿਕਾਸ ਕੀਤਾ ਜਾਊਗਾ। ਮਤਲਬ ਪਹਿਲਾਂ ਸੂਬੇ ਦਾ ਵਿਕਾਸ ਕੋਈ ਜਿਹੜਾ ਜੀ ਉਹ ਨਹੀਂ ਹੋ ਰਿਹਾ। ਇਹ ਵੀ ਕਿਹਾ ਕਿ ਪਰਿਵਰਤਨ ਯਾਤਰਾ ਮੁੱਖ ਮੰਤਰੀ ਜਾਂ ਕਿਸੇ ਮੰਤਰੀ ਨੂੰ ਬਦਲਣ ਦੀ ਨਹੀਂ ਆ, ਇਹ ਘੁਸਪੈਠ ਬੰਦ ਕਰਨ ਤੇ ਬੰਗਾਲ 'ਚ ਤਬਦੀਲੀ ਲਿਆਉਣ ਦੀ ਹੈ। ਇਹ ਵੀ ਕਿਹਾ ਕਿ ਜੇ ਭਾਜਪਾ ਨੂੰ ਵੋਟ ਪਾਓਗੇ ਤਾਂ ਇਹ ਗੈਰ ਕਾਨੂੰਨੀ ਪ੍ਰਵਾਸੀ ਤਾਂ ਕੀ ਸਰਹੱਦ ਪਾਰ ਤੋਂ ਇੱਕ ਪੰਛੀ ਨੂੰ ਸੂਬੇ 'ਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਊਗੀ। ਹਾਂ, ਉੱਦਾਂ ਭਾਵੇਂ ਗੁਆਂਢੀ ਮੁਲਕ ਜਿਹੜਾ ਵੀ ਆ ਕੇ ਪਿੰਡ ਵਸਾ ਲੇ। ਇਹ ਜਿਹੜੀਆਂ ਖਬਰਾਂ ਸੀਗੀਆਂ ਦੋ, ਉਹ ਬਾਰ-ਬਾਰ ਇੱਕ ਵਾਰੀ ਉਹ ਦਿਨ ਭਰ ਜਿਹੜੀਆਂ ਉਹ ਚਲਾਈਆਂ ਗਈਆਂ। ਜਿਹੜੇ ਮੀਡੀਆ ਹਾਊਸਸ ਨੇ ਉਹਨਾਂ ਨੂੰ ਉਚੇਚੇ ਤੌਰ ਦੇ ਉੱਤੇ ਜਿਹੜਾ ਜੀ ਉਹ ਰੋਕਿਆ ਜਾਂਦਾ ਕਿ ਜਿਹੜੀਆਂ ਖਬਰਾਂ ਕਿਹੜੀਆਂ ਚਲਾਉਣੀਆਂ ਨੇ। ਹੁਣ ਇਹ ਆ ਕਿ ਜੇ ਰੇਲ ਰੋਕੋ ਦੀਆਂ ਖਬਰਾਂ ਵੱਡੀਆਂ ਹੋ ਜਾਂਦੀਆਂ ਤਾਂ ਉਹ ਸਰਕਾਰ ਲਈ ਮੁਸ਼ਕਲ ਬਣਨੀ ਸੀ। ਉਹਨਾਂ ਨੇ ਇਸੇ ਕਰਕੇ ਦੋ ਜਿਹੜੇ ਸੀਗੇ ਇਹ ਪ੍ਰੋਗਰਾਮ ਉਲੀਕੇ ਵੀ ਚੈਨਲਾਂ ਨੂੰ ਘੱਟੋ ਘੱਟ ਇਹ ਤਾਂ ਦੱਸ ਸਕੀਏ ਵੀ ਉਹ ਨਹੀਂ ਦਿਖਾਉਣੀਆਂ, ਤੁਸੀਂ ਆਹ ਜਿਹੜੀਆਂ ਉਹ ਦਿਖਾਉਣੀਆਂ ਨੇ। ਜੇ ਮੈਂ ਤੁਹਾਨੂੰ ਕਿਹਾ ਕਿ ਹਾਲਾਂਕਿ ਇਹਦੇ ਨਾਲ ਹੋਇਆ ਇਹ ਕਿ ਬਹੁਤ ਜ਼ਿਆਦਾ ਫਰਕ ਤਾਂ ਨਹੀਂ ਪਿਆ, ਪਰ ਫਿਰ ਵੀ ਜਿਹੜੇ ਇਹਨਾਂ ਦੇ ਚੈਨਲ ਨੇ, ਜਿਹੜੇ ਦਰਬਾਰੀ ਮੀਡੀਆ ਹੈ, ਉਹ ਇਹ ਚੀਜ਼ਾਂ ਜਿਹੜੀਆਂ ਜੀ ਉਹ ਜ਼ਰੂਰ ਦਿਖਾਉਂਦਾ ਰਿਹਾ। ਇਹ ਚੀਜ਼ਾਂ ਨੂੰ ਪਾਸੇ ਕਰਕੇ ਕਿ ਰੇਲ ਰੋਕੋ ਨਾਂ ਦੀ ਕੋਈ ਚੀਜ਼ ਹੀ ਹੈ ਨਹੀਂ ਜਿਹੜੀ ਜੀ ਉਹ ਮੁਲਕ ਦੇ ਵਿੱਚ। ਉਹਨਾਂ ਨੇ ਜ਼ਿਕਰ ਤੱਕ ਜਿਹੜਾ ਜੀ ਉਹ ਨਹੀਂ ਕੀਤਾ ਇਹਨਾਂ ਚੀਜ਼ਾਂ ਦਾ। ਦਿਸ਼ਾ ਰਵੀ ਦੀ ਆਪਾਂ ਗੱਲ ਕੀਤੀ ਆ, ਉਧਰ ਨੂੰ ਤੁਰ ਪਏ, ਜਾਂ ਇਹ ਚੀਜ਼ਾਂ ਜਿਹੜੀਆਂ ਜੀ ਉਹ ਦਿਖਾਉਂਦੇ ਰਹੇ। ਔਰ ਇਸ ਵੇਲੇ ਪ੍ਰੋਜੈਕਟ ਇਸ ਤਰੀਕੇ ਨਾਲ ਕੀਤਾ ਜਾ ਰਿਹਾ ਜਿਵੇਂ ਪੱਛਮੀ ਬੰਗਾਲ ਦੇ ਵਿੱਚ ਮਮਤਾ ਬੈਨਰਜੀ ਨੂੰ ਕੋਈ ਇੱਕ ਸਿੰਗਲ ਸੀਟ ਵੀ ਨਾ ਆਉਣੀ ਹੋਵੇ ਤੇ ਭਾਰਤੀ ਜਨਤਾ ਪਾਰਟੀ ਨੇ ਉੱਥੇ ਸਾਰੀਆਂ ਸੀਟਾਂ ਜਿਹੜੀਆਂ ਜੀ ਉਹ ਜਿੱਤ ਲੈਣੀਆਂ ਹੋਣ, ਜਦੋਂ ਕਿ ਗਰਾਊਂਡ ਦੇ ਉੱਤੇ ਰਿਐਲਿਟੀ ਜਿਹੜੀ ਹੈ ਜੀ ਉੱਥੇ ਬਿਲਕੁਲ ਉਲਟ ਹੈ ਜੀ। ਚਾਹੀਦਾ ਤਾਂ ਇਹਨਾਂ ਦਾ ਸਾਰਾ ਕੁਝ ਖਾਲੀ ਆ। ਤਾਂ ਅੱਗੇ ਗੱਲ ਕਰਦੇ ਆ, ਜਿਸ ਨੂੰ ਵੀ ਟਰੈਕਟਰ ਚੋਣ ਨਿਸ਼ਾਨ ਮਿਲਿਆ ਉਹੀ ਜਿੱਤ ਗਿਆ। ਦੇਖੋ, ਇਹ ਆਪਣੇ ਆਪ ਦੇ ਵਿੱਚ ਬੜਾ ਅਜੀਬੋ ਗਰੀਬ ਜਿਹੜਾ ਜੀ ਉਹ ਹੋਇਆ। ਹੁਣ ਇਹ ਆ ਕਿ ਜੇ ਮੰਨ ਲਓ ਕੋਈ ਨਵੀਂ ਪਾਰਟੀ ਆਉਂਦੀ ਆ ਪੰਜਾਬ ਤੇ ਉਹ ਹੋ ਸਕਦਾ ਕਿ ਇਸ ਚੋਣ ਨਿਸ਼ਾਨ ਵੱਲ ਨੂੰ ਜਿਹੜਾ ਜੀ ਉਹ ਤੁਰੇ, ਕਿਉਂਕਿ ਟਰੈਕਟਰ ਜਿਹੜਾ ਉਹ ਮੁਲਕ ਭਰ ਦੇ ਵਿੱਚ ਕਿਸਾਨਾਂ ਦੇ ਸਿੰਬਲ ਦੇ ਵਜੋਂ ਬਹੁਤ ਵੱਡੇ ਪੱਧਰ ਦੇ ਉੱਤੇ ਉਭਰਿਆ। ਔਰ ਕਿਉਂਕਿ ਮੇਨ ਟੂਲ ਹੈ ਕਿਸਾਨਾਂ ਦਾ, ਔਰ ਕਿਸਾਨ ਜਿਹੜਾ ਉਹ ਇਹਨੂੰ ਆਪਣੇ ਬੱਚਿਆਂ ਵਾਂਗ ਸਮਝਦਾ ਟਰੈਕਟਰ ਨੂੰ। ਔਰ ਇਹ ਜਿਹੜੇ ਕੁਝ ਆਜ਼ਾਦ ਉਮੀਦਵਾਰ ਖੜੇ ਹੋਏ ਨਗਰ ਨਿਗਮ ਨਗਰ ਪਾਲਿਕਾ ਪ੍ਰੀਸ਼ਦ ਚੋਣਾਂ ਦੇ ਵਿੱਚ, ਉਹਦੇ 'ਚ ਆਜ਼ਾਦ ਉਮੀਦਵਾਰਾਂ ਨੇ ਜਿਹੜਾ ਟਰੈਕਟਰ ਚੋਣ ਨਿਸ਼ਾਨ ਸੀਗਾ ਜਾਂ ਟਰੈਕਟਰ ਚਲਾਉਂਦਾ ਕਿਸਾਨ ਚੋਣ ਨਿਸ਼ਾਨ ਸੀਗਾ ਉਹ ਲਿਆ। ਆਜ਼ਾਦ ਉਮੀਦਵਾਰਾਂ ਨੇ ਇਹ ਕਿਸਾਨੀ ਦੇ ਨਾਲ ਜੁੜਿਆ ਹੋਇਆ ਚੋਣ ਨਿਸ਼ਾਨ ਲਿਆ। ਸ਼ਾਇਦ ਆਜ਼ਾਦ ਉਮੀਦਵਾਰਾਂ ਨੂੰ ਵੀ ਨਹੀਂ ਸੀ ਪਤਾ ਇਹ ਕਿ ਇੰਨਾ ਕੁਝ ਜਿਹੜਾ ਜੀ ਉਲਟ ਫੇਰ ਹੋ ਸਕਦਾ। ਪੰਜਾਬ ਦੇ ਵਿੱਚ ਜ਼ਿਆਦਾਤਰ ਆਜ਼ਾਦ ਉਮੀਦਵਾਰਾਂ ਨੇ ਟਰੈਕਟਰ ਚਲਾਉਂਦਾ ਕਿਸਾਨ ਜਾਂ ਟਰੈਕਟਰ ਦਾ ਚੋਣ ਚਿੰਨ੍ਹ ਜਿਹੜਾ ਲਿਆ। ਪੰਜਾਬ ਦੇ ਵਿੱਚ ਕੁੱਲ 295 ਆਜ਼ਾਦ ਉਮੀਦਵਾਰਾਂ ਨੇ ਇਹ ਚੋਣ ਨਿਸ਼ਾਨ ਲਿਆ। ਔਰ ਹੈਰਾਨਗੀ ਇਸ ਗੱਲ ਦੀ ਹੋਈ ਕਿ 113 ਆਜ਼ਾਦ ਉਮੀਦਵਾਰ ਜਿਹੜੇ ਸੀ ਉਹ ਟਰੈਕਟਰ ਚੋਣ ਵਾਲੇ ਜਿੱਤ ਗਏ, ਟਰੈਕਟਰ ਜਿਹੜਾ ਚੋਣ ਨਿਸ਼ਾਨ ਵਾਲੇ। ਮਤਲਬ ਕਿ ਲਗਭਗ 39% ਜਿਨ੍ਹਾਂ ਨੂੰ ਇਹ ਮਿਲਿਆ ਉਹ ਇਹਦੇ ਨਾਲ ਜਿਹੜਾ ਜੀ ਉਹ ਜਿੱਤ ਗਏ। ਔਰ ਜਲੰਧਰ ਤੇ ਰੋਪੜ ਦੇ ਵਿੱਚ ਸਭ ਤੋਂ ਜ਼ਿਆਦਾ 17 ਟਰੈਕਟਰ ਚੋਣ ਨਿਸ਼ਾਨ ਵਾਲੇ ਆਜ਼ਾਦ ਉਮੀਦਵਾਰ ਜਿੱਤੇ। ਰੋਪੜ ਦੇ ਵਿੱਚ 40 ਆਜ਼ਾਦ ਉਮੀਦਵਾਰ ਸੀ ਜਿਨ੍ਹਾਂ ਨੂੰ ਟਰੈਕਟਰ ਦਾ ਚੋਣ ਨਿਸ਼ਾਨ ਮਿਲਿਆ, ਇਹਦੇ ਵਿੱਚੋਂ 17 ਜਿੱਤ ਗਏ। ਜਲੰਧਰ ਦੇ ਵਿੱਚ 26 ਆਜ਼ਾਦ ਉਮੀਦਵਾਰਾਂ ਨੂੰ ਟਰੈਕਟਰ ਚੋਣ ਨਿਸ਼ਾਨ ਮਿਲਿਆ, 17 ਜਿੱਤ ਗਏ।
ਸ੍ਰੀ ਅਨੰਦਪੁਰ ਸਾਹਿਬ, ਕਿਉਂਕਿ ਰੋਪੜ ਦੇ ਵਿੱਚ ਹੀ ਜਿਹੜਾ ਜੀ ਉਹ ਆਉਂਦਾ, ਤੋ ਇਸ ਕਰਕੇ ਉੱਥੇ 13 ਸੀਗੇ ਜੀ ਸ਼ਹਿਰ ਦੇ ਵਿੱਚੋਂ ਖੜੇ, ਉਹ 13 ਦੇ 13 ਜਿੱਤ ਗਏ, ਜਿਹੜੇ ਟਰੈਕਟਰ ਜਿਨ੍ਹਾਂ ਨੂੰ ਚੋਣ ਨਿਸ਼ਾਨ ਜਿਹੜਾ ਉਹ ਮਿਲਿਆ ਸੀਗਾ। ਸੋ ਅੱਗੋਂ ਜਿਹੜਾ ਜੀ ਇੱਕ ਕਿਸਮ ਦੇ ਨਾਲ ਜਿਹੜੇ ਲੋਕ ਆਜ਼ਾਦ ਵੀ ਖੜੋਣਗੇ ਤੇ ਉਹ ਘੱਟੋ ਘੱਟ ਇਸ ਚੀਜ਼ ਵੱਲ ਨੂੰ ਜਿਹੜਾ ਜੀ ਉਹ ਭੱਜਣਗੇ ਕਿ ਉਹਨਾਂ ਨੂੰ ਚੋਣ ਨਿਸ਼ਾਨ ਜਿਹੜਾ ਉਹ ਟਰੈਕਟਰ ਮਿਲੇ। ਇਹ ਜਿਨ੍ਹਾਂ ਨੇ ਚੋਣ ਨਿਸ਼ਾਨ ਇਹ ਟਰੈਕਟਰ ਲਿਆ, ਇਹ ਨਹੀਂ ਆ ਕਿ ਉਹ ਕਿਸਾਨ ਸੀਗੇ, ਪਰ ਉਂਝ ਹੀ ਉਹਨਾਂ ਨੇ ਦਾ ਜਿਹੜਾ ਸੀਗਾ ਜੀ ਇਹਦੇ ਉੱਤੇ ਖੇਡਿਆ ਔਰ ਦਾ ਸਕਸੈਸ ਬਹੁਤ ਹੋਇਆ ਜੀ। ਅਖੀਰ ਦੇ ਵਿੱਚ ਗੱਲ ਕਰਦੇ ਹਾਂ, ਉੱਤਰ ਪ੍ਰਦੇਸ਼ ਦੇ ਵਿੱਚ ਜਿਹੜੀਆਂ ਲੜਕੀਆਂ ਦੀ ਮੌਤ ਹੋਈ ਆ ਉਹਨਾਂ ਦੇ ਪੋਸਟਮਾਰਟਮ ਦੇ ਵਿੱਚੋਂ ਵੀ ਕੁਝ ਨਹੀਂ ਮਿਲਿਆ। ਦੇਖੋ, ਇਹ ਰਾਜਧਾਨੀ ਲਖਨਊ ਤੋਂ ਕੋਈ 100 ਕਿਲੋਮੀਟਰ ਦੂਰ ਆ, ਉਨਾਓ ਡਿਸਟ੍ਰਿਕਟ ਦੇ ਵਿੱਚ ਪਿੰਡ ਬਬੂਰਾ, ਔਰ ਇਹ ਇਸ ਵੇਲੇ ਸੁਰਖੀਆਂ ਦੇ ਵਿੱਚ ਜਿਹੜਾ ਜੀ ਹੈ ਉਹਦੇ ਵਿੱਚ ਸੁਰਖੀਆਂ ਦੇ ਵਿੱਚ ਆਉਣ ਦਾ ਕਾਰਨ ਇਹ ਆ ਜੀ ਕਿ ਬੁੱਧਵਾਰ ਦੀ ਰਾਤ ਨੂੰ ਦਲਿਤ ਪਰਿਵਾਰ ਦੀਆਂ 2 ਨਾਬਾਲਿਗ ਜਿਹੜੀਆਂ ਲੜਕੀਆਂ, 3 ਐਕਚੁਅਲੀ ਮਿਲੀਆਂ ਜੀ, ਔਰ ਜਦੋਂ ਹਸਪੀਟਲ ਲੈ ਕੇ ਗਏ ਤੇ 2 ਦੀ ਮੌਤ ਹੋ ਗਈ, ਤੀਜੀ ਜਿਹੜੀ ਆ ਉਹਦੀ ਹਾਲਤ ਬਹੁਤ ਨਾਜ਼ੁਕ ਹੈ। ਕਾਨਪੁਰ ਦੇ ਰੀਜੈਂਸੀ ਹਸਪੀਟਲ ਦੇ ਵਿੱਚ ਉਹ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੀ ਆ। ਇਹ ਰਿਸ਼ਤੇ ਦੇ ਵਿੱਚ ਭੂਆ ਭਤੀਜੀਆਂ ਸੀਗੀਆਂ। ਪੋਸਟਮਾਰਟਮ ਰਿਪੋਰਟ ਦੇ ਵਿੱਚ ਜ਼ਹਿਰ ਦੀ ਪੁਸ਼ਟੀ ਜਿਹੜੀ ਆ ਜੀ ਉਹ ਹੋਈ ਹੈ। ਇਹ ਨਹੀਂ ਪਤਾ ਕਿ ਇਹਨਾਂ ਨੇ ਆਪ ਜ਼ਹਿਰ ਖਾਧਾ, ਖਵਾਇਆ ਗਿਆ, ਕਿਉਂਕਿ ਜਦੋਂ ਇਹ ਮਿਲੀਆਂ ਨੇ ਇਹ ਕਰ ਰਿਹਾ ਕਿ ਹਾਲਾਂਕਿ ਇਹਨੂੰ ਦਬਾਉਣ ਦੇ ਯਤਨ ਨੇ ਖਬਰ ਨੂੰ ਕਿ ਇਹਨਾਂ ਦੇ ਹੱਥ ਬੰਨੇ ਹੋਏ ਸੀ। ਜੇ ਕੋਈ ਆਪ ਜ਼ਹਿਰ ਖਾਂਦਾ ਤੇ ਉਹ ਹੱਥ ਬੰਨ ਕੇ ਥੋੜੀ ਜ਼ਹਿਰ ਜਿਹੜੀ ਜੀ ਉਹ ਖਾ ਸਕਦਾ। ਇਹਦੇ ਤੋਂ ਬਾਅਦ ਜਿਹੜੇ ਦਲਿਤ ਨੇਤਾ ਨੇ, ਸੋਸ਼ਲ ਐਕਟਿਵਿਸਟ ਨੇ, ਵਿਰੋਧੀ ਧਿਰਾਂ ਦੇ ਨੇਤਾ ਨੇ, ਉਹਨਾਂ ਨੇ ਉੱਤਰ ਪ੍ਰਦੇਸ਼ ਦੀ ਕਾਨੂੰਨ ਵਿਵਸਥਾ ਦੇ ਉੱਤੇ ਸਵਾਲ ਉਠਾਏ ਆ। ਜਿਹੜਾ ਬਬੂਰਾ ਪਿੰਡ ਹੈ ਉੱਥੇ ਪੁਲਿਸ ਫੋਰਸ ਤੇ ਪ੍ਰਸ਼ਾਸਨਿਕ ਜਿਹੜੇ ਅਫਸਰ ਨੇ ਉਹਨਾਂ ਦੀ ਵੱਡੀ ਗਿਣਤੀ ਜਿਹੜੀ ਉਹ ਵੱਧ ਗਈ ਹੋਈ ਆ, ਕਿਉਂਕਿ ਰਾਜਨੀਤਿਕ ਲੋਕ ਜਿਹੜੇ ਨੇ ਉਹ ਪਿੰਡ ਬਬੂਰਾ ਦੇ ਵਿੱਚ ਆ ਜਾ ਰਹੇ ਨੇ। ਇਹ ਜਿਹੜੀਆਂ ਲੜਕੀਆਂ ਸੀਗੀਆਂ ਜੀ, ਇਹ ਤਿੰਨੇ ਦੀਆਂ ਤਿੰਨੇ ਨਾਬਾਲਗ ਸੀਗੀਆਂ। ਹਾਲਾਂਕਿ ਕੁਛ ਮੀਡੀਆ ਵਾਲੇ ਜਿਹੜੇ ਨੇ ਉਹ ਨਾਮ ਵੀ ਇਹਨਾਂ ਲੜਕੀਆਂ ਦਾ ਦੱਸ ਰਹੇ ਆ, ਪਰ ਕਿਉਂਕਿ ਨਾਬਾਲਗ ਨੇ ਇਸ ਕਰਕੇ ਦੇਖਿਆ ਜਾਵੇ ਲੀਗਲੀ ਦੱਸਿਆ ਤਾਂ ਨਹੀਂ ਜਿਹੜਾ ਜੀ ਉਹ ਜਾਣਾ ਚਾਹੀਦਾ। ਪਰ ਤੁਹਾਨੂੰ ਪਤਾ ਹੀ ਹੈ ਇੱਥੇ ਲੀਗਲ ਇਲੀਗਲ ਜਿਹੜਾ ਜੀ ਉਹ ਕਿਹੜੇ ਤਰੀਕੇ ਦੇ ਨਾਲ ਚੱਲਦਾ। ਜਿਹੜਾ ਅਸੋਹਾ ਥਾਣਾ ਉਹਦੇ ਵਿੱਚ ਸ਼ਿਕਾਇਤ ਦਰਜ ਕਰਾਈ ਆ। ਪੁਲਿਸ ਨੇ ਹੱਤਿਆ ਦਾ ਮਾਮਲਾ ਦਰਜ ਕਰਕੇ ਕੁਝ ਲੋਕਾਂ ਨੂੰ ਹਿਰਾਸਤ ਦੇ ਵਿੱਚ ਜਿਹੜਾ ਜੀ ਉਹ ਲਿਆ। ਉਹਨਾਂ ਨਾਲ ਦੀ ਜਿਹੜੀ ਪੁਲਿਸ ਹੈ ਉਹ ਇਹਦੀ ਛਾਣਬੀਣ ਜਿਹੜੀ ਆ ਉਹ ਕਰ ਰਹੀ ਹੈ। ਜਿਹੜਾ ਇਹ ਕਿਹਾ ਜਾ ਰਿਹਾ ਕਿ ਇਹਦੇ ਵਿੱਚ ਜਿਹੜਾ ਜੀ ਜਿਹੜੀਆਂ ਪੋਸਟਮਾਰਟਮ ਹੋਇਆ ਉਹਦੇ ਵਿੱਚ ਮੌਤ ਦੇ ਕਾਰਨਾਂ ਦਾ DGP ਇਹ ਕਹਿੰਦੇ ਆ ਕਿ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ, ਸੱਟ ਦੇ ਨਿਸ਼ਾਨ ਨਹੀਂ ਜਿਹੜਾ ਜੀ ਉਹ ਹੈਗੇ। ਇਹ ਕਿਹਾ ਕਿ ਵਿਸਰਾ ਜਾਂਚ ਜਿਹੜੀ ਉਹ ਕੀਤੀ ਜਾਊਗੀ। ਜਿਹੜੀ ਵਿਸਰਾ ਰਿਪੋਰਟ ਆ ਉਹਨੂੰ ਕੁਝ ਦਿਨ ਜਿਹੜਾ ਉਹ ਲੱਗ ਜਾਂਦੇ ਆ। ਜਿਹੜੇ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਟਵੀਟ ਕਰਦਾ ਇਹ ਕਿਹਾ ਜੀ ਕਿ ਉੱਤਰ ਪ੍ਰਦੇਸ਼ ਸਰਕਾਰ ਜਿਹੜੀ ਆ ਜੀ ਉਹ ਦਲਿਤ ਸਮਾਜ ਨੂੰ ਦਬਾ ਰਹੀ ਆ ਔਰ ਉੱਤਰ ਪ੍ਰਦੇਸ਼ ਦੇ ਵਿੱਚ ਔਰਤਾਂ ਦੇ ਮਾਣ ਤੇ ਮਨੁੱਖੀ ਅਧਿਕਾਰਾਂ ਦਾ ਘਾਣ ਜਿਹੜਾ ਜੀ ਉਹ ਕਰ ਰਹੀ ਹੈ। ਬਸਪਾ ਮੁਖੀ ਮਾਇਆਵਤੀ ਨੇ ਵੀ ਟਵੀਟ ਜਿਹੜਾ ਜੀ ਉਹ ਕੀਤਾ, ਔਰ ਕਿਉਂਕਿ ਉਹ ਤਾਂ ਟਵੀਟ ਤੱਕ ਹੀ ਸੀਮਿਤ ਰਹਿ ਗਏ ਆ ਪਿਛਲੇ ਕੁਝ ਸਮੇਂ ਤੋਂ। ਔਰ ਇਹ ਉਹਨਾਂ ਨੇ ਗੱਲ ਇਹਦੇ ਵਿੱਚ ਜਿਹੜੀ ਜੀ ਕਹੀ ਆ ਕਿ ਦਲਿਤ ਸਮਾਜ ਜਿਹੜਾ ਉਹਨੂੰ ਦਬਾਉਣ ਦੇ ਯਤਨ ਜਿਹੜੇ ਉਹ ਕੀਤੇ ਜਾ ਰਹੇ ਨੇ। ਦਬਤਾ ਹੋ ਰਿਹਾ ਕਿਉਂਕਿ ਵੋਟ ਬੈਂਕ ਦੇ ਤੌਰ ਦੇ ਉੱਤੇ ਹੀ ਇਹ ਲੋਕ ਸਾਰੇ ਜੀ ਇਸ ਸਮਾਜ ਨੂੰ ਵਰਤਦੇ ਨੇ। ਮੁੜ ਕੇ ਕੋਈ ਨਹੀਂ ਉਹਨਾਂ ਨੂੰ ਜਿਹੜਾ ਜੀ ਪੁੱਛਦਾ, ਖਾਸ ਤੌਰ ਦੇ ਉੱਤੇ ਜਦੋਂ ਉਹ ਮੁਸੀਬਤ ਦੇ ਵਿੱਚ ਆਉਂਦੇ ਨੇ। ਉੱਤਰ ਪ੍ਰਦੇਸ਼ ਦੇ ਵਿੱਚ ਜਿਹੜਾ ਦਲਿਤ ਸਮਾਜ ਦੇ ਲੋਕ ਨੇ ਉਹਨਾਂ ਦੇ ਉੱਤੇ ਬਿਨਾਂ ਕਿਸੇ ਸ਼ੱਕ ਦੇ ਜਿਹੜੇ ਜ਼ੁਲਮ ਨੇ ਉਹ ਪਿਛਲੇ ਸਮੇਂ ਤੋਂ ਵਧੇ। ਜੀ ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ।